राग सोरठ सोरठ महला तीजा। भगत खजाना भगतन को दिया, नाम हर तन सच सोए। भगत खजाना भगतन को दिया, नाम हर तन सच सोए। ਇਹ ਬਾਣੀ ਮਹਾਰਾਜ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ। ਗੁਰੂ ਸਾਹਿਬ ਦੀ ਭਗਤੀ ਦੇ ਬਾਰੇ ਫਰਮਾ ਰਿਹਾ ਹੈ। ਉਹਨਾਂ ਪਹਿਲੀ ਉਮਰ ਦੇ ਵਿੱਚ ਭਗਤੀ ਕੀਤੀ ਹੈ, 22 ਵਾਰ ਤੀਰਥ ਯਾਤਰਾ ਕੀਤੀ ਔਰ ਜਗਮੋਸ਼ੇ ਵੀ ਕਰਦੇ ਰਹੇ, ਲੇਕਿਨ ਬਣਿਆ ਕੁਛ ਨਹੀਂ। ਅਸੀਂ ਜੋ ਕਰਮ ਕਰਦੇ ਹਾਂ, ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਯੁੱਗ ਦੇ ਕਰਮ ਕਰ ਰਹੇ ਹਾਂ। ਜਿਨ੍ਹਾਂ ਯੁੱਗਾਂ ਦੇ ਵਿੱਚ ਸਾਡੀ ਲੱਖਾਂ ਵਰ੍ਹੇ ਉਮਰ ਸੀ, ਉਹ ਅਸੀਂ ਅੱਜ ਕੰਮ ਕਰ ਰਹੇ ਹਾਂ। ਉਹਨਾਂ ਵਿੱਚੋਂ ਸਾਨੂੰ ਕੋਈ ਫਾਇਦਾ ਨਹੀਂ। ਕਈ ਵਾਰ ਹਜ਼ੂਰ ਫਰਮਾਉਂਦੇ ਹੈ ਕਿ ਬਕਰ ਦਾ ਡਾਕਟਰ, ਬਕਰ ਦਾ ਅਫਸਰ, ਬਕਰ ਦਾ ਇਸਤਰੀ ਨੂੰ ਪਤੀ ਬੇਵਕਤੇ ਬੇਸ਼ੱਕ ਹਰੀਚੰਦ ਵਰਗੇ ਹੋ ਗਏ ਹੈ, ਲੇਕਿਨ ਅੱਜ ਕੰਮ ਨਹੀਂ ਦਿੰਦੇ। ਡਾਕਟਰ ਬੜੇ ਬੜੇ ਹਕੀਮ ਹੋਏ ਹੈ ਪਿੱਛੇ, ਲੇਕਿਨ ਅੱਜ ਸਾਡੀ ਬਿਮਾਰੀ ਦਾ ਇਲਾਜ ਜਿਹੜਾ ਹੈ ਮੌਕਿਆਂ ਦਾ ਡਾਕਟਰ ਹੀ ਕਰ ਸਕਦਾ ਹੈ। ਅਫਸਰ ਵੀ ਕਈ ਬਹੁਤ ਬੜੇ ਜਾਂ ਰਾਜੇ ਮਹਾਰਾਜੇ ਇਮਾਨਦਾਰ ਹੋਏ ਹੋਣਗੇ, ਲੇਕਿਨ ਅੱਜ ਸਾਡਾ ਕੰਮ ਨਹੀਂ ਕਰ ਸਕਦੇ। ਇਹਦੇ ਬਾਰੇ ਅਸੀਂ ਹਮੇਸ਼ਾ ਵਾਸਤੇ ਸੋਚਣਾ ਹੈ ਕਿ ਬਕਰ ਦੇ ਮੁਤਾਬਕ ਕੰਮ ਕਰੀਏ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਪਹਿਲੀ ਅਵਸਥਾ ਦੇ ਵਿੱਚ ਬਕਰ ਦਾ ਕੰਮ ਨਹੀਂ ਕੀਤਾ। ਪਿਛਲੇ ਜਨਮਾਂ ਦੇ ਪਿਛਲੇ ਜਨਮ ਬੜੀ ਬੜੀਆਂ ਲੰਬੀਆਂ ਉਮਰਾਂ ਸਨ, ਉਹ ਕਰਮ ਕੀਤੇ, ਬਣਿਆ ਕੁਛ ਨਹੀਂ। ਉਹਨਾਂ ਦੇ ਘਰ ਵਿੱਚ ਹੀ ਭਤੀਜਾ ਨੂੰ ਲੱਗਦੀ ਸੀ ਗੁਰੂ ਸਾਹਿਬ ਦੀ, ਉਹ ਬੀਬੀ ਅਮਰੋਸ ਦਾ ਨਾਮ ਸੀ। ਬੜੀ ਪ੍ਰੇਮਨ ਸੀ ਲੜਕੀ ਔਰ ਸਤਿਗੁਰ ਦਾ ਹੁਕਮ ਮੰਨਦੀ ਸੀ। ਸੁਬਾਹ ਸੁਬਾਹ ਉੱਠ ਕੇ ਉਸ ਨੇ ਘਰ ਦਾ ਕੰਮ ਕਰਨਾ ਅਤੇ ਨਾਲ ਸ਼ਬਦ ਪੜ੍ਹਨੇ ਬੜੀ ਲਹਿਰ ਦੇ ਵਿੱਚ। ਇਹ ਸ਼ਬਦ ਪੜ੍ਹਿਆ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੀ ਚਾਂਦਨ ਹੁੰਦਿਆਂ ਗੁਰਬਿਨ ਕੋਰ ਹੰਧਾਰ। ਜਦੋਂ ਗੁਰੂ ਸਾਹਿਬ ਨੇ ਸੁਣਿਆ ਤਾਂ ਬੜੇ ਹੈਰਾਨ ਹੋਏ ਕਿ ਕੌਣ ਐਸਾ ਹੈ, ਇੰਨੇ ਚੰਦਰਮੇ ਹੁੰਦਿਆਂ ਹੋਈ ਵੀ ਹਨੇਰਾ। ਪੁੱਛਿਆ ਲੜਕੀ ਨੂੰ ਕਿ ਤੂੰ ਕਿਹਦੀ ਬਾਣੀ ਪੜ੍ਹ ਰਹੀ ਹੈ। ਉਹਨਾਂ ਆਪਣੇ ਪਿਤਾ ਦਾ ਇਸ਼ਾਰਾ ਦਿੱਤਾ। ਮੈਂ ਕਈ ਵਾਰ ਉਹਨਾਂ ਦੇ ਪਾਸ ਗਏ ਹਾਂ, ਕਹਿਣ ਲਈ ਮਹਾਰਾਜ ਤੁਸੀਂ ਜਾਂਦੇ ਰਹੇ ਹੋ ਰਿਸ਼ਤੇਦਾਰ ਬਣ ਕੇ, ਉਹ ਰਿਸ਼ਤੇਦਾਰ ਬਣ ਕੇ ਤੁਹਾਡਾ ਆਦਰ ਮਾਣ ਕਰ ਦਿੰਦੇ ਰਹੇ, ਨਾ ਤੁਸੀਂ ਕੁਝ ਲੈਣ ਗਏ, ਨਾ ਤੁਹਾਨੂੰ ਕੁਛ ਉਹਨਾਂ ਦਿੱਤਾ ਹੈਗਾ। ਇਹ ਸਾਡੀ ਹਰ ਇੱਕ ਇਨਸਾਨ ਦੀ ਮੰਗ ਜਿਹੜੀ ਹੁੰਦੀ ਹੈ, ਦਿਲੀ ਮੰਗ ਹੁੰਦੀ ਹੈ, ਉਹ ਅਲੱਗ-ਅਲੱਗ ਹੁੰਦੀ ਹੈ। ਜੈਸੇ ਜੈਸੇ ਸਾਡੇ ਖਿਆਲ ਹੁੰਦੇ ਹੈ, ਐਸੇ ਹੀ ਸਾਨੂੰ ਉਹਦਾ ਫਾਇਦਾ ਮਿਲਦਾ ਹੈ। ਜਿਸ ਵਕਤ ਇਹ ਸੁਣਿਆ ਗੁਰੂ ਸਾਹਿਬ ਨੇ ਤਾਂ ਬੜੇ ਹੈਰਾਨ ਹੋਏ। ਲੜਕੀ ਨੂੰ ਕਿਹਾ ਕਿ ਬੇਟੀ ਮੈਨੂੰ ਆਪਣੇ ਪਿਤਾ ਦੇ ਪਾਸ ਲੈ ਚੱਲ। ਲੜਕੀ ਨੇ ਕਿਹਾ ਮਹਾਰਾਜ ਮੈਂ ਆਪਣੀ ਮਰਜ਼ੀ ਨਾਲ ਨਹੀਂ ਜਾਂਦੀ, ਜਦ ਮੇਰੇ ਪਿਤਾ ਜੀ ਮੰਗਾਉਂਦੇ ਇੱਥੇ ਆ ਜਾਂਦੀ ਹਾਂ, ਜੇ ਤਾਂ ਉੱਥੇ ਭੇਜ ਦਿਓ ਉੱਥੇ ਚਲਾ ਜਾਂਦੀ ਹਾਂ। ਮੈਂ ਆਪਣੇ ਪਿਤਾ ਦਾ ਹੁਕਮ ਮੰਨਦੀ ਹਾਂ। ਜਦੋਂ ਬੰਦੇ ਦੇ ਅੰਦਰ ਪਿਆਰ ਹੋਵੇ ਉਹਨੂੰ ਗੱਲ ਕਰਨ ਦੀ ਸਮਝ ਆਉਂਦੀ ਹੈ, ਜੇ ਪਿਆਰ ਨਾ ਹੋਵੇ ਤਾਂ ਗੱਲ ਕਰਨ ਦੀ ਸਮਝ ਨਹੀਂ ਆਉਂਦੀ। ਗੁਰੂ ਸਾਹਿਬ ਨੇ ਕਿਹਾ ਬੇਟੀ ਤੂੰ ਇਹ ਦੱਸ ਸਹੁਰੇ ਔਰ ਪਿਤਾ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਮੈਂ ਵੀ ਤਾਂ ਤੇਰਾ ਪਿਤਾ ਹੀ ਲੱਗਦਾ, ਮੈਨੂੰ ਲੈ ਚੱਲ ਅੱਜ ਹੁਕਮ ਮੇਰਾ ਮੰਨ। ਲੜਕੀ ਲਾਜਵਾਬ ਹੋ ਗਈ, ਕਿਉਂਕਿ ਜਿੱਥੇ ਸਾਰੀ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ ਉਹੀ ਪਰਿਵਾਰ ਜਿਹੜਾ ਆਉਂਦਾ ਆਪਣਾ ਹੁੰਦਾ ਹੈਗਾ।
ਮਨ ਬੜਾ ਸ਼ੈਤਾਨ ਹੈ ਬੰਦੇ ਦੇ ਵਿੱਚ, ਮਨ ਬੈਠਾ ਹੈ। ਇਹ ਮੁਸਲਮਾਨ ਫਕੀਰਾਂ ਨੇ ਕਿਹਾ ਹੈ, ਇਸ ਮਨ ਨੂੰ ਕੀਮਾ ਕੀਮਾ ਕੀਤਾ ਜਾਵੇ, ਜ਼ਰਾ ਜ਼ਰਾ ਕੀਤਾ ਜਾਵੇ, ਤਦ ਵੀ ਇਹਦਾ ਕੋਈ ਵਸਾ ਨਹੀਂ। ਕਈ ਬਲਬਲੇ ਅੰਦਰ ਆਏ ਕਿ ਉਹ ਸਾਡੇ ਰਿਸ਼ਤੇਦਾਰ ਸੀ, ਸਾਡੇ ਸੱਜਣ ਮਿੱਤਰ ਨੇ, ਉਹ ਅਸੀਂ ਇਕੱਠੇ ਬਹਿੰਦੇ ਰਹਿੰਦੇ ਸੀ। ਅੱਜ ਰੱਬੀ ਤਾਕਤ ਉਹਦੇ ਵਿੱਚ ਕਿੱਥੋਂ ਆ ਗਈ? ਪਰ ਫਿਰ ਵੀ ਲੜਕੀ ਦੇ ਨਾਲ ਚਲਾ ਗਏ। ਗੁਰੂ ਸਾਹਿਬ ਜੀ ਉਸੇ ਤਰ੍ਹਾਂ ਆਦਰ ਮਾਣ ਕਰਨ ਲੱਗੇ ਜਿੱਦਾਂ ਅੱਗੇ ਕਰਦੇ ਸੀ। ਕਹਿਣ ਲੱਗੇ ਹੁਣ ਸਾਡਾ ਆਦਰ ਮਾਣ ਨਾ ਕਰੋ, ਅਸੀਂ ਤੁਹਾਡੇ ਸੇਵਾਦਾਰ ਬਣ ਕੇ ਆਏ ਹਾਂ, ਸਾਨੂੰ ਕੋਈ ਸੇਵਾ ਬਖਸ਼ੋ, ਨਾਮਦਾਨ ਦਿਓ, ਮਿਹਰਬਾਨੀ ਕਰੋ। ਗੁਰੂ ਸਾਹਿਬ ਨੇ ਸੋਚਿਆ ਹੁਣ ਇਹ ਕੁਛ ਲੈਣ ਆਏ ਹੈ, ਇਹ ਹੁਣ ਕੁਛ ਲੈਣ ਆਏ ਹੈ, ਪਰ ਦਈਏ ਕਿਹਨੂੰ? ਜਿਨ੍ਹਾਂ ਨੇ 22 ਵਾਰ ਤੀਰਥਾਂ ਦੀ ਯਾਤਰਾ ਕੀਤੀ, ਉਹਨਾਂ ਦੇ ਵਿੱਚ ਕੁਛ ਨਾ ਕੁਛ ਮਾਣ ਦੀ ਕਿਰਨ ਹੈ ਸੀ। ਗੁਰੂ ਸਾਹਿਬ ਨੇ ਕਿਹਾ ਭਾਈ ਅੱਗੇ ਤੂੰ ਤੀਰਥਾਂ ਦਾ ਇਸ਼ਨਾਨ ਕਰਦਾ ਸੀ, ਹੁਣ ਤੀਰਥਾਂ ਤੋਂ ਪਾਣੀ ਲਿਆ ਕੇ ਸਾਨੂੰ ਇਸ਼ਨਾਨ ਕਰਾਇਆ ਕਰ। ਮਨਜ਼ੂਰ ਕਰ ਲਿਆ। 6 ਮੀਲ ਜਾਣਾ ਔਰ 6 ਮੀਲ ਆਉਣਾ, 12 ਮੀਲ ਰੋਜ਼ ਦਾ ਸਫ਼ਰ ਹੁੰਦਾ। ਬਿਰਧ ਅਵਸਥਾ ਕਹਿਣਾ ਬੜਾ ਸੌਖਾ ਹੈ, ਕਰਨਾ ਬਹੁਤ ਔਖਾ ਹੈ। 12 ਸਾਲ ਗੁਜ਼ਰ ਗਏ। 12 ਸਾਲ ਦੇ ਬਾਅਦ ਜਿਹੜਾ ਖਜ਼ਾਨਾ ਹੀ ਉਹਨਾਂ ਨੂੰ ਸੌਂਪਿਆ ਭਗਤੀ ਦਾ, ਉਹ ਕਿਹੜਾ ਖਜ਼ਾਨਾ ਹੈ? ਜਿਹੜਾ ਸਾਡੇ ਅੰਦਰ 24 ਘੰਟੇ ਉਹ ਸ਼ਬਦ ਆ ਰਿਹਾ ਹੈ, ਜਿਸ ਨੂੰ ਮੁਸਲਮਾਨਾਂ ਨੇ ਬਾਂਗੇ ਸ਼ਮਾਨੀ ਕਿਹਾ ਹੈ। ਬਾਣੀ ਵਿੱਚ ਨਾਮ ਜਾਂ ਸ਼ਬਦ ਕਿਹਾ ਗਿਆ, ਔਰ ਸਵਾਮੀ ਜੀ ਮਹਾਰਾਜ ਉਸ ਨੂੰ ਧੁਨ ਕਰਕੇ ਫਰਮਾਉਂਦੇ ਹੈ, ਅਤੇ ਹੋਰ ਵੀ ਉਸ ਦੇ ਕਈ ਨਾਂ ਰੱਖੇ ਹੈ ਮੁਲਕ ਦੀ ਭਾਸ਼ਾ ਦੇ ਮੁਤਾਬਕ। ਉਹ ਸ਼ਬਦ ਅੰਦਰ ਪ੍ਰਗਟ ਹੋਇਆ, ਉਹ ਹੈ ਭਗਤੀ ਦਾ ਖਜ਼ਾਨਾ। ਉਹ ਖਜ਼ਾਨਾ ਕਦੀ ਮੁੱਕਦਾ ਨਹੀਂ। ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ ਹੈ, ਉਹ ਖਜ਼ਾਨਾ ਮੁੱਕਦਾ ਨਹੀਂ ਕਦੇ। 12 ਸਾਲ ਦੇ ਬਾਅਦ ਉਹਨਾਂ ਨੂੰ ਉਹ ਭਗਤੀ ਦਾ ਖਜ਼ਾਨਾ ਮਿਲਿਆ, ਸ਼ਬਦ ਅੰਦਰ ਪ੍ਰਗਟ ਹੋਇਆ। ਫਿਰ ਉਹਨਾਂ ਨੇ ਬਾਣੀ ਵਿੱਚ ਦੱਸਿਆ ਹੈ, ਐਸ ਯੁੱਗ ਦਾ ਧਰਮ ਪੜ੍ਹੋ ਭਾਈ, ਪੂਰੇ ਸਤਿਗੁਰ ਸੋਝੀ ਪਾਈ। ਕਿ ਐਸ ਯੁੱਗ ਦਾ ਧਰਮ ਪੜ੍ਹੋ, ਐਸ ਯੁੱਗ ਵਿੱਚ ਕੀ ਕਰਨਾ ਚਾਹੀਦਾ? ਸਾਨੂੰ ਪੂਰੇ ਸਤਿਗੁਰ ਨੇ ਸੋਝੀ ਪਾਈ। ਅਸੀਂ ਪੁਰਾਤਨ ਯੁੱਗਾਂ ਦੇ ਕਰਮ ਕਰਦੇ ਹਾਂ, ਸਾਨੂੰ ਇਹ ਨਹੀਂ ਪਤਾ ਕਿ 100 ਸਾਲ ਸਾਡੀ ਕਾਲ ਭਗਵਾਨ ਨੇ ਸਾਡੀ ਉਮਰ ਰੱਖੀ ਹੈ, ਕਿ ਅਸੀਂ ਲੱਖਾਂ ਵਰ੍ਹਿਆਂ ਦੇ ਕੰਮ ਜਿਹੜੇ ਹੈ ਉਹ 100 ਸਾਲ ਦੇ ਵਿੱਚ ਕਰ ਸਕਦੇ ਹਾਂ। ਇਹਦੇ ਬਾਰੇ ਕਦੀ ਅਸੀਂ ਸੋਚਿਆ ਹੀ ਨਹੀਂ। ਅਸੀਂ ਉਹੀ ਪੁਰਾਤਨ ਕਰਮ ਕਰੀ ਜਾਂਦੇ ਹਾਂ। ਦੁਨੀਆ ਦੇਖੋ ਲੱਗੀ ਉਸੇ ਪਾਸੇ ਦੇ, ਇਹ ਨਹੀਂ ਸਮਝ ਆਈ ਕਿ ਸਾਡੀ ਉਮਰ ਕਿਤਨੀ ਹੈ, ਇਹ ਕਰਮ ਜਿਹੜੇ ਆ ਕਿਤਨੀ ਉਮਰ ਦੇ ਨੇ, ਕਿਹੜੇ ਯੁੱਗਾਂ ਦੇ ਨੇ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਸਾਹਿਬ ਦੀ ਬਾਣੀ ਵਿਚਾਰਨਯੋਗ ਹੈ। ਜੋ ਬਾਣੀ 'ਚ ਫਰਮਾ ਰਹੇ ਹੈ, ਠੀਕ ਫਰਮਾ ਰਹੇ ਹੈ ਕਿ ਭਗਤ ਖਜ਼ਾਨਾ ਭਗਤਨ ਕੋ ਦੀਏ। ਭਗਤੀ ਦਾ ਖਜ਼ਾਨਾ ਜਿਹੜਾ ਉਹ ਕਿਸ ਨੂੰ ਦਿੱਤਾ ਜਾਂਦਾ ਹੈ? ਜਿਹੜਾ ਕੋਈ ਭਗਤੀ ਕਰਦਾ ਹੈ, ਜੋ ਕੰਮ ਕਰਦਾ ਹੈ। ਕੁਦਰਤ ਵੱਲੋਂ ਕਲਮ ਐਸੀ ਚੱਲਦੀ ਹੈ ਕਿ ਜੋ ਕੰਮ ਕੋਈ ਕਰ ਸਕਦਾ ਹੈ ਉਹਨੂੰ ਹੀ ਕੰਮ ਦਿੱਤਾ ਜਾਂਦਾ ਹੈ। ਉਹ ਕੁਦਰਤੀ ਹੀ ਉੱਪਰੋਂ ਕਲਾ ਫੇਰ ਦਿੰਦੀ ਹੈ। ਜਿਹੜਾ ਕੰਮ ਕਰ ਨਹੀਂ ਸਕਦਾ ਉਹਨੂੰ ਕੰਮ ਦਿੱਤਾ ਵੀ ਜਾਏਗਾ ਤਾਂ ਕੀ ਕਰੇਗਾ ਉਹ? ਨਹੀਂ, ਜਿਹੜਾ ਕੰਮ ਕਰ ਸਕਦਾ ਉਸੇ ਨੂੰ ਹੀ ਕੰਮ ਦਿੱਤਾ ਜਾਂਦਾ ਹੈ। ਮਹਾਰਾਜ ਤੀਸਰੀ ਪਾਤਸ਼ਾਹੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ। ਆ ਸਾਡੇ ਸਰਪੰਚ ਸਾਹਿਬ ਬੜੇ ਲੇਟ ਆਏ ਜੀ। ਹਾਂਜੀ। ਭਗਤ ਖਜ਼ਾਨਾ ਭਗਤਨ ਕੋ ਜੀਆ, ਨਾਮ ਤਨ ਸਚ ਸੋਏ। ਚੰਗਾ ਨਾ ਛਾੜੀਓ। ਅਖੁੱਟ ਨਾਮ ਤਨ ਕਦੇ ਨ ਖੁੱਟੇ ਨਾਹੀ, ਕਿਨੇ ਨ ਕੀਮਤ ਹੋਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ
ਕਿ ਇਹ ਖਜ਼ਾਨਾ ਜਿਹੜਾ ਨਾਮ ਦਾ ਭਾਈ ਇਹ ਕਦੀ ਵੀ ਬੰਦ ਨਹੀਂ ਹੁੰਦਾ, ਇਹ ਵੱਧਦਾ ਜਾਂਦਾ ਹੈ। ਇਹ ਇੱਕ ਰਸਾਇਣ ਬਣ ਜਾਂਦੀ ਹੈ। ਰਸਾਇਣ ਪਾਰਸ ਅਤੇ ਰਸਾਇਣ ਦਾ ਬਹੁਤ ਫਰਕ ਹੈਗਾ। ਰਸਾਇਣ ਘਟਦੀ ਨਹੀਂ, ਰਸਾਇਣ ਵੱਧਦੀ ਜਾਂਦੀ ਹੈ, ਦਿਨੋਂ ਦਿਨ ਵੱਧਦੀ ਜਾਂਦੀ ਹੈ। ਇਸੇ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਭਗਤੀ ਦਾ ਖਜ਼ਾਨਾ ਜਿਹੜਾ ਹੈ ਇਹ ਬਹੁਤ ਉੱਚਾ ਹੋ ਸਕਦਾ। ਹਾਂਜੀ, ਅਖੁੱਟ ਨਾਮ ਤਨ ਕਦੇ ਨਿਕਟੈ ਨਾਹੀ, ਕਿਨੈ ਨ ਕੀਮਤ ਹੋਏ। ਨਾਮ ਤਨ ਮੁਖ ਉਜਲੇ ਹੋਏ, ਹਰ ਪਾਇਆ ਸਚ ਸੋਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਨਾਮ ਧਨ ਮੁਖ ਉਜਲੇ ਹੋਏ। ਬਾਣੀ 'ਚ ਵੀ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਜਿਨ੍ਹਾਂ ਨਾਮ ਤੇ ਆਇਆ ਗੇ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ। ਜੈਸੀ ਜੈਸੀ ਅਸੀਂ ਸੰਗਤ ਕਰਦੇ ਹਾਂ ਐਸੇ ਸਾਡੇ ਖਿਆਲਾਤ ਬਣ ਜਾਂਦੇ ਹੈ। ਜੇ ਅੱਛੀ ਸੰਗਤ ਕਰਾਂਗੇ ਸਾਡੇ ਅੱਛੇ ਖਿਆਲਾਤ ਬਣ ਜਾਣਗੇ, ਜੇ ਮਾੜੀ ਕਰਾਂਗੇ ਤਾਂ ਮਾੜੇ ਖਿਆਲਾਤ ਸਾਡੇ ਹੋ ਜਾਣਗੇ। ਇਹ ਸੰਗਤ ਦੇ ਮਨਸਰ ਸਭ ਕੁਝ ਹੈ। ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਜਾਏ ਤਾਂ ਪਰਮਾਤਮਾ ਦਾ ਰਸਤਾ ਦੱਸਦੇ ਹੈ, ਉਹ ਨੇਕ ਪਾਕ ਕੰਮ ਕਰਨ ਦਾ ਰਸਤਾ ਦੱਸਦੇ ਹੈ, ਉਹ ਮਾੜੇ ਕੰਮ ਨਹੀਂ ਦੱਸਦੇ। ਭਾਈ ਤੂੰ ਜਿਸ ਤਰ੍ਹਾਂ ਅੱਗੇ ਜੇ ਉਹ ਕੰਮ ਕਰਨਾ ਹੈ ਉਹ ਛੱਡ ਦੇ, ਨਾਮ ਜਪ, ਈਸ਼ਵਰ ਦੀ ਭਗਤੀ ਕਰ। ਈਸ਼ਵਰ ਦੀ ਭਗਤੀ ਸਭ ਸਾਧਨਾ ਦਾ ਸਾਧਨ, ਤਪੱਸਿਆ ਦੀ ਤਪੱਸਿਆ, ਇਹ ਵਿੱਚ ਸਭ ਕੁਝ ਆ ਜਾਂਦੇ। ਦਾਨ ਪੁੰਨ ਜੋ ਵੀ ਕਰਨਾ ਸਭ ਵਿੱਚ ਆ ਜਾਂਦਾ ਹੈ। ਮਹਾਰਾਜ ਤੀਸਰੀ ਪਾਤਸ਼ਾਹੀ ਸਿਰਫ ਮੁਰਸ਼ਦ ਦਾ ਹੁਕਮ ਮੰਨਿਆ, 12 ਸਾਲ ਪਾਣੀ ਲਟੋਇਆ, 12 ਸਾਲ ਪਾਣੀ ਲਿਆ ਕੇ ਉਹਨਾਂ ਨੂੰ ਇਸ਼ਨਾਨ ਕਰਾਇਆ। ਉਹੀ ਉਹਨਾਂ ਦੀ ਤਪੱਸਿਆ ਬਣ ਗਈ, ਉਹੀ ਉਹਨਾਂ ਦੇ ਦਾਨ ਪੁੰਨ ਬਣ ਗਏ। ਹਰ ਇੱਕ ਚੀਜ਼ ਉਹ ਬਣ ਗਈ ਜੋ ਮੁਰਸ਼ਦ ਦਾ ਹੁਕਮ ਮੰਨ ਕੇ ਕੰਮ ਕੀਤਾ ਹੈ। ਹਾਂਜੀ, ਨਾਮ ਤਨ ਮੁਖ ਉਜਲੇ ਹੋਏ, ਹਰ ਪਾਇਆ ਸਚ ਸੋਏ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਮਨ, ਉਸ ਮਾਲਕ ਨੂੰ ਪਾਉਣ ਵਾਸਤੇ ਸਾਨੂੰ ਕਿਹੜਾ ਰਸਤਾ ਚਾਹੀਦਾ, ਕੌਣ ਸਾਨੂੰ ਮਿਲਾਏਗਾ? ਗੁਰ ਸ਼ਬਦੀ ਪਾਏ। ਜਦ ਤੱਕ ਕਿਸੇ ਨੂੰ ਕੋਈ ਮੁਰਸ਼ਦ ਨਹੀਂ ਮਿਲਦਾ, ਇੰਨੇ ਚਿਰ ਸਾਨੂੰ ਉਸ ਮਾਲਕ ਦਾ ਰਸਤਾ ਵੀ ਨਹੀਂ ਮਿਲਦਾ। ਕਈ ਵਾਰ ਦੱਸਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਤਪੱਸਿਆ ਕਰ ਲਈਏ, ਯੋਗ ਅਭਿਆਸ ਕਰ ਲਈਏ, ਜੋ ਮਰਜ਼ੀ ਕਰ ਲਈਏ, ਉਹ ਸਾਡਾ ਸਾਰਾ ਹੀ ਫੇਲ ਹੋ ਜਾਂਦਾ। ਰਿਸ਼ੀ ਸੁਖਦੇਵ ਜੀ ਵੇਦ ਵਿਆਸ ਰਿਸ਼ੀ ਦੇ ਲੜਕੇ ਸਨ, ਔਰ ਜਿਨ੍ਹਾਂ ਨੇ ਜੰਗਲ ਦੇ ਵਿੱਚ ਰਹਿ ਕੇ ਬਹੁਤ ਬੜੀ ਤਪੱਸਿਆ ਕੀਤੀ। ਇੰਨੀ ਤਪੱਸਿਆ ਕੀਤੀ ਕਿ ਤਪੱਸਿਆ ਦੇ ਵੱਲ ਨਾਲ ਸਵਰਗਾਂ 'ਚ ਪਹੁੰਚ ਗਏ। ਲੇਕਿਨ ਸਵਰਗਾਂ ਦੇ ਮੁਖਤਿਆਰ ਜਿਹੜਾ ਸੀ, ਉਸ ਨੇ ਸਵਰਗਾਂ 'ਚ ਨਹੀਂ ਰਹਿਣ ਦਿੱਤਾ ਕਿ ਤੇਰਾ ਮੁਰਸ਼ਿਦ ਕੋਈ ਨਹੀਂ, ਤੇਰਾ ਮੁਰਸ਼ਿਦ ਕੋਈ ਨਹੀਂ, ਤੂੰ ਇੱਥੇ ਰਹਿ ਨਹੀਂ ਸਕਦਾ। ਅਸੀਂ ਸਵਰਗਾਂ 'ਚ ਵੀ ਨਹੀਂ ਜਾ ਸਕਦੇ ਬਗੈਰ ਮੁਰਸ਼ਿਦ ਦੇ। ਫਿਰ ਵਾਪਸ ਆਏ, ਆ ਕੇ ਆਪਣੇ ਪਿਤਾ ਵੇਦ ਵਿਆਸ ਨੂੰ ਪੁੱਛਿਆ ਕਿ ਇਸ ਵਕਤ ਕੋਈ ਮਹਾਂਪੁਰਖ ਕੌਣ ਹੈਗਾ? ਉਹਨਾਂ ਰਾਜਾ ਜਨਕ ਦੱਸਿਆ ਕਿ ਰਾਜਾ ਜਨਕ ਇਸ ਵਕਤ ਹੈ, ਉਹਨਾਂ ਦੇ ਪਾਸ ਚਲੇ ਜਾਓ। ਇਹ ਬਹੁਤ ਲੰਬੀ ਸਾਖੀ ਹੈ। ਉਹਨਾਂ ਦੇ ਪਾਸ ਕਈ ਵਾਰ ਗਏ ਔਰ ਵਾਪਸ ਮੁੜੇ ਕਿ ਇੱਕ ਰਾਜਾ ਤੇ ਇੱਕ ਫਕੀਰ, ਇਹ ਕਿੱਦਾਂ ਹੋ ਸਕਦਾ ਹੈਗਾ? ਇੱਕ ਪਾਸੇ ਫਕੀਰੀ ਔਰ ਰਾਜੇ ਦਾ
ਕਿੱਦਾਂ ਮੇਲ ਹੋ ਸਕਦਾ ਹੈ? ਜਦੋਂ ਵਾਪਸ ਆ ਜਾਏ ਨਿੰਦਿਆ ਹੋ ਜਾਏ, ਨਿੰਦਿਆ ਦੇ ਨਾਲ ਤਪੱਸਿਆ ਘਟਣਾ ਸ਼ੁਰੂ ਹੋ ਗਈ। ਨਾਰਦ ਮੁਨੀ ਜੀ ਇੱਕ ਛੋਟਾ ਜਿਹਾ ਨਾਲਾ ਸੀ, ਉਹਦੇ 'ਚ ਸਵੇਰੇ ਟੋਕਰੀਆਂ ਮਿੱਟੀ ਦੀਆਂ ਸੁੱਕੇ ਬੁੱਢਾ ਰੂਪ ਧਾਰਿਆ, ਉਹਦੇ ਵਿੱਚ ਸੁੱਟੀ ਜਾਵੇ। ਜਦੋਂ ਜਾ ਕੇ ਰਿਸ਼ੀ ਸੁਖਦੇਵ ਨੇ ਉੱਧਰ ਪੁੱਛਿਆ ਕਿ ਬਾਬਾ ਤੂੰ ਕੀ ਕਰ ਰਿਹਾ ਹੈ? ਕਹਿੰਦਾ ਮੈਂ ਇਹ ਪਾਣੀ ਬੰਨ੍ਹਣਾ ਹੈ, ਬੰਨ੍ਹ ਮਾਰਨਾ ਇੱਥੇ। ਬਾਬਾ ਕਦੋਂ ਦਾ ਲੱਗਾ ਹੈ? ਸਵੇਰ ਦਾ ਜੀ। ਤੇਰੀ ਤਾਂ ਦਿਹਾੜੀ ਐਵੇਂ ਚਲਾ ਗਈ ਹੈ, ਜਿਹੜੀ ਮਿੱਟੀ ਸੁੱਟਦਾ ਹੋਈ ਰੁੜ ਜਾਂਦੀ ਹੈ। ਇੱਥੇ ਕਿੱਲੇ ਤਾੜ ਕੋਈ ਛਾਪੇ ਰੱਖ, ਫਿਰ ਉਹਦੇ ਉੱਤੇ ਕੱਖ ਕਾਣ ਪਾ ਕੇ ਫਿਰ ਮਿੱਟੀ ਪਾ। ਨਾਰਦ ਮੁਨੀ ਨੇ ਕਿਹਾ ਕਿ ਮੇਰੀ ਤਾਂ ਇੱਕ ਦਿਹਾੜੀ ਗਈ ਹੈ। ਵੇਦ ਵਿਆਸ ਦਾ ਲੜਕਾ ਸ੍ਰੀ ਸੁਖਦੇਵ ਹੈ, ਉਹਦੀ ਕਿੰਨੇ ਜਨਮਾਂ ਦੀ ਕਮਾਈ ਹੈ ਉਹ ਬਰਬਾਦ ਹੋ ਰਹੀ ਹੈ। ਰਾਜੇ ਜਨਕ ਦੇ ਪਾਸ ਜਾਂਦਾ ਹੈ ਅਤੇ ਫਿਰ ਭਾਵ ਲੈਂਦਾ, ਫਿਰ ਵਾਪਸ ਆ ਜਾਂਦਾ ਹੈ ਅਤੇ ਨਿੰਦਿਆ ਹੋ ਜਾਂਦੀ ਹੈ ਔਰ ਕਮਾਈ ਘਟਦੀ ਹੈ। ਆਖਰ ਉਸ ਨੂੰ ਜਾਣਾ ਪਿਆ। ਅੱਗੇ ਰਾਜੇ ਜਨਕ ਨੇ, ਕਿਉਂਕਿ ਰਾਜਾ ਜਨਕ ਆਪਣੇ ਹੱਥੀਂ ਸੰਗਤ ਦੀਆਂ ਪੱਤਲਾਂ ਚੁੱਕ ਕੇ ਅਤੇ ਇੱਕ ਚਾਰ ਦੀਵਾਰੀ ਹੀ ਜਿੱਥੇ ਖਾਣਾ ਖਵਾਉਂਦੇ ਸੀ, ਝੂਠੀਆਂ ਪੱਤਲਾਂ ਚੁੱਕ ਕੇ ਇੱਕ ਵਾਰੀ ਰਾਹੀਂ ਬਾਹਰ ਸੁੱਟਦੇ ਹੁੰਦੇ ਸੀ। ਉਹਨਾਂ ਹੁਕਮ ਲਾ ਦਿੱਤਾ ਕਿ ਇੱਕ ਸਾਧੂ ਆ ਰਿਹਾ ਹੈ, ਇਹਨੂੰ ਉੱਥੇ ਦੁਆਰੀ ਦੇ ਲਾਗੇ ਖੜਾ ਕਰ ਦਿਓ, ਅੰਦਰ ਨਾ ਆਉਣ ਦਿਓ। ਖੜਾ ਕਰ ਦਿੱਤਾ, ਉੱਥੇ ਅੰਦਰ ਨਹੀਂ ਆਉਣ ਦਿੱਤਾ ਸੇਵਾਦਾਰਾਂ ਨੇ। ਇੱਕ ਦੋ ਦਿਨ ਖੜਾ ਰਿਹਾ। ਫਿਰ ਪੁੱਛਿਆ ਰਾਜਾ ਜਨਕ ਨੇ, ਉਹ ਜਿਹੜਾ ਸਾਧੂ ਆਇਆ ਉਹ ਕਿੱਧਰ ਗਿਆ ਹੈ? ਜੀ ਉੱਥੇ ਹੀ ਖੜਾ ਹੈਗਾ, ਉਹਨੂੰ ਬੁਲਾਓ। ਨਹਾ ਲਿਆ, ਧਵਾ ਲਿਆ, ਕੱਪੜੇ ਪਾਏ, ਬਿਠਾ ਲਿਆ। ਸ਼ਹਿਰ ਦੇ ਵਿੱਚ ਮਾਇਆ ਦੀ ਅੱਗ ਲਗਾ ਦਿੱਤੀ। ਸਨੇਹ ਆ ਗਏ, ਮਹਾਰਾਜ ਸ਼ਹਿਰ ਦੇ ਵਿੱਚ ਅੱਗ ਲੱਗ ਗਈ ਹੈ। ਰਾਜੇ ਜਨਕ ਨੇ ਕਿਹਾ ਹਰੀ ਇੱਛਾ, ਮੌਜ ਮਾਲਕ ਦੀ। ਫਿਰ ਕਿਹਾ ਜੀ ਤੁਹਾਡੇ ਕਮਰਿਆਂ ਨੂੰ ਆ ਗਈ ਅੱਗ। ਹਰੀ ਇੱਛਾ, ਮੌਲਕ ਮਾਲ। ਕਹਿਣ ਲੱਗੇ ਜੀ ਤੁਹਾਡੇ ਕਮਰੇ ਤੱਕ ਪਹੁੰਚ ਚਲੀ ਹੈ। ਜਿਹੜੇ ਕਮਰੇ ਦਾ ਨਾਂ ਲਿਆ ਅਤੇ ਰਿਸ਼ੀ ਚੁੱਕ ਕੇ ਆਪਣੀ ਝੋਲੀ 'ਤੇ ਭੋੜੀ ਜਿਹੀ ਅਤੇ ਨੱਸਣ ਲੱਗਾ। ਰਾਜੇ ਜਨਕ ਨੇ ਬਾਂਹ ਫੜ ਲਿਆ, ਕਿੱਥੇ ਚੱਲਿਆ? ਕਿਹੜੀ ਤੇਰੀ ਜਾਇਦਾਦ ਹੈ ਜਿਹੜੀ ਸੜਨ ਰਹੀ ਹੈ? ਮੇਰੇ ਸਾਰੇ ਸ਼ਹਿਰ ਨੂੰ ਅੱਗ ਲੱਗੀ ਹੈ, ਮੇਰੇ ਕਮਰੇ ਤੱਕ ਆਈ ਹੈ ਅਤੇ ਮੈਂ ਉੱਠਦਾ ਨਹੀਂ। ਮੈਂ ਕਹਿੰਦਾ ਜੋ ਮਾਲਕ ਦੀ ਮੌਜ ਹੈ ਠੀਕ ਹੈ, ਅਤੇ ਤੇਰੀ ਕਿਹੜੀ ਜਾਇਦਾਦ ਹੈ? ਤੂੰ ਵੱਡਾ ਰਿਸ਼ੀ ਬਣਿਆ ਹੈ, ਬੜਾ ਤਪੱਸੀ ਬਣਿਆ, ਅਤੇ ਮੈਨੂੰ ਤੂੰ ਗ੍ਰਹਿਸਤੀ ਬਣਾਉਂਦਾ ਹੈ। ਬੈਠ ਜਾ ਇੱਥੇ ਚੁੱਪ ਕਰਕੇ। ਬਿਠਾ ਲਿਆ। ਇੱਕ ਥਾਲੀ ਦੇ ਵਿੱਚ ਪਾਣੀ ਪਾਇਆ, ਇੱਕ ਦੀਵਾ ਜਗਾਇਆ, ਥਾਲੀ ਦੇ ਵਿੱਚ ਪਾ ਦਿੱਤਾ। ਕਹਿਣ ਲੱਗੇ ਸ਼ਹਿਰ ਦੇ ਵਿੱਚ ਹੁਕਮ ਲਾ ਦਿੱਤਾ ਕਿ ਸਾਰੇ ਸ਼ਹਿਰ ਦੇ ਵਿੱਚ ਹਰ ਚੌਂਕਾਂ 'ਚ ਬਾਜ਼ਾਰਾਂ 'ਚ ਡੈਕੋਰੇਸ਼ਨ ਕਰੋ ਅੱਛੀ। ਰਿਸ਼ੀ ਨੂੰ ਕਿਹਾ ਕਿ ਲੈ ਜਾ ਥਾਲੀ, ਨਾ ਪਾਣੀ ਡੁੱਲਣਾ ਚਾਹੀਦਾ, ਨਾ ਹੀ ਦੀਵਾ ਬੁਝਣਾ ਚਾਹੀਦਾ, ਸਹੀ ਸਲਾਮਤ ਲੈ ਹੀ, ਨਹੀਂ ਤਾਂ ਨਰਕਾਂ ਨੂੰ ਜਾਏਗਾ। ਹੁਣ ਥਾਲੀ ਜਿਹੜੀ ਹੈ ਇਹਦਾ ਤਾਂ ਜਰਾ ਮਾਸਾ ਵੀ ਡਿੰਗੀ ਹੋ ਜਾਏ ਤਾਂ ਪਾਣੀ ਨਿਕਲ ਜਾਂਦਾ ਹੈ। ਹਰੇ ਸ਼ਹਿਰ ਵਿੱਚ ਫਿਰਿਆ, ਸਹੀ ਸਲਾਮਤ ਆ ਕੇ ਥਾਲੀ ਵੀ ਅਤੇ ਦੀਵਾ ਵੀ ਦਿੱਤਾ। ਪੁੱਛਿਆ ਫਲਾਣੇ ਚੌਂਕ ਦੇ ਵਿੱਚ ਕਿਹੋ ਜਿਹੀ ਰੌਣਕ ਸੀ? ਕਹਿੰਦਾ ਜੀ ਮੈਂ ਨਹੀਂ ਦੇਖੀ। ਫਲਾਣੇ ਬਾਜ਼ਾਰ ਵਿੱਚ ਕਿਹੋ ਜਿਹੀ ਸੀ? ਜੀ ਮੈਂ ਨਹੀਂ ਦੇਖੀ। ਕਿਉਂ ਨਹੀਂ ਤੂੰ ਦੇਖੀ? ਜੇ ਮੈਂ ਦੇਖਦਾ ਤਾਂ ਪਾਣੀ ਡੁੱਲ ਜਾਣਾ ਸੀ, ਦੀਵਾ ਬੁੱਝ ਜਾਣਾ ਸੀ। ਇਸ ਕਰਕੇ ਮੇਰਾ ਧਿਆਨ ਦੀਵੇ ਵੱਲ ਰਿਹਾ ਅਤੇ ਪਾਣੀ ਵੱਲ ਰਿਹਾ। ਰਾਜੇ ਜਨਕ ਨੇ ਕਿਹਾ ਕਿ ਤੂੰ ਮੈਨੂੰ ਗ੍ਰਹਿਸਤੀ ਬਣਾਉਂਦਾ ਹੈ, ਮੇਰਾ ਵੀ ਇਸੇ ਤਰ੍ਹਾਂ ਧਿਆਨ ਜਿਹੜਾ ਉਸ ਪਰਮਾਤਮਾ ਦੀ ਤਰਫ ਹੈਗਾ। ਬੇਸ਼ੱਕ ਮੈਂ ਰਾਜ ਵੀ ਕਰ ਰਿਹਾ, ਲੇਕਿਨ ਮੇਰਾ ਧਿਆਨ ਜਿਹੜਾ ਹੈ ਉਸ ਪਰਮਾਤਮਾ ਦੀ ਤਰਫ ਰਹਿੰਦਾ ਹੈ, ਮੇਰਾ ਰਾਜ ਵਿੱਚ ਨਹੀਂ ਰਹਿੰਦਾ। ਮੈਨੂੰ ਤੂੰ ਕਹਿ ਰਿਹਾ ਨਾ ਕਿ ਗ੍ਰਹਿਸਤੀ ਹੈ,
मैं ठीक घरेसी हाँ, लेकिन मेरा ध्यान जिदा तेरा थाली विच ध्यान रहा तो दीवा नहीं बुझन दिता, पानी नहीं डुलन दिता, इस तरह मेरा भी ध्यान उस प्रभु वाल है। सो भाई साढ़े ध्यान ने काम करना है, बगैर मुरशद दे असी किते नहीं जा सकते। पिछले इतिहास जिहड़े वो सब सानू जड़े गवाही देंदे है। बड़े बड़िया ने मुरशद की जरूरत, ऋषि मुनि होए है, उन्होंने मुरशद की जरूरत पई हैगी। कौन सी जिहदा मुरशद नहीं सी? बगैर मुरशद दे कोई अगे जा नहीं सके। इस वास्ते गुरु साहब जी बड़े प्यार दे नाल फरमा रहे है कि मुरशद की बहुत जरूरत है, मुरशद के बिना असी कुछ नहीं कर सकते। हाँ जी। मन मेरे गुर शब्दी हर पाया जाए, मन मेरे गुर शब्दी हर पाया जाए। है मन, अगर तू उस हार नूं पाना है तो सतगुर की सलाह मशवर दे नाल वो जो तैनूं शब्द देणगे उसकी कमाई कर, मेहनत कर, एक दिन वो मालक जरूर तैनूं मिलेगा। मेहनत का फल परमात्मा जरूर रख देगा। जगत मजदूरी ना रखे, क्यों रखे भगवान? जगत मजदूरी नहीं रखता किसी की, तो भगवान भी किसी की मजदूरी नहीं रखता। लेकिन सच्चे दिल नाल कीती जावे, सच्चे दिल नाल करे तो फिर नहीं, फिर मालक नहीं रखता किसी की मजदूरी। ये ना होवे मुख में राम राम बगल में छुरी, उस राम का कोई फायदा नहीं। बगल में छुरी रख ली, मुख च राम राम कहना लोगों को दसन वास्ते, वह कोई फायदा नहीं है, वह नुकसान है। हाँ जी। बिन शब्द जग भुलदा फिरदा, दरगह मिले सजाए। बगैर शब्द दे गुरु साहब जी फरमा रहे है, जग भुलदा फिरदा, दरगाह विच सजा मिलेगी। असी आए किस काम वास्ते हैं, कर केड़ा रहे हैं? सानू उसने पूछना जिन्हें सानू शरीर दिता, और इस शरीर के नाल साड़ी सेफ्टी वास्ते हर एक चीज़ पैदा की है। एक एक श्वास जिहड़ा है साडा बहुत कीमती है। 24,000 श्वास दिन और रात का मिल रहा है। कबीर साहब जी महाराज एक श्वास की कीमत पाउंदे है। कहता हूँ क्या कहूँ क्या बजाऊँ ढोल, श्वासा खाली जात है 3 लोग का मोल। कबीर साहब जी महाराज फरमाउंदे है, मैं की कहां, मैं ढोल बजावां? एक श्वास तेरा परमात्मा तो खाली जाता है, उहदे सिमरन तो खाली जाता है। अगर त्रिलोकी भी दी जाए तो नहीं मिल सकता। वो श्वास जेड़े कीमती नहीं मिल सकते। अगर कीमती मिलते अरबापति शाहूकार राजे महाराजे उन्होंने खरीद सकते, लेकिन वो मुल नहीं बिक सकते। तुसी विचार करो, एक श्वास की कीमत कबीर साहब ने एक त्रिलोकी भी दी जाए तो श्वास मिल नहीं सकता। कितने साढ़े श्वास से कितना सानू घाटा पै रहा है। ये जोड़ा सानू घाटा पै रहा है मनुष्य जन्म दे विच, ये कभी पूरा नहीं हो सकता। दुनिया के घाटे पूरे हो सकते हैं। दुनिया में कोई किसी को कोई चोरी कर लेगा, कोई चीज़ चुरा लेगा और फिर मुड़ के आ जाती। हजूर एक चोर की साखी सुनाते होंगे सी। एक चोर सी, वो चोरी करने वास्ते गया, अपने पुत नूं नाल लैके। दूरों कहा कि वो जिस घर दीवा जग रहा है, मैं 7 बार उसनूं लुटिया है, 7 बार उसनूं लुटिया। तो पुत ने कहा कि पिता जी 7 बार तुसीं लुटिया तो इत्थे दीवा जग रहा, तो साढ़े घर तो दीवा ही नहीं है। वापस चलो, इस काम में कोई बरकत नहीं। हमेशा का साधु बन गया, प्रेमी बन गया, वो चोरियां छड़ दित्तियां।
ਈਸ਼ਵਰ ਦੀ ਭਗਤੀ ਕਰਨਾ ਸ਼ੁਰੂ ਕਰ ਦਿੱਤੀ। ਈਸ਼ਵਰ ਦੀ ਭਗਤੀ ਦੇ ਵਿੱਚ ਬੜੀ ਬਰਕਤ ਹੈ। ਇੰਨੀ ਹੋਰ ਕਿਸੇ ਕੰਮ ਵਿੱਚ ਬਰਕਤ ਨਹੀਂ ਹੈਗੀ ਜਿੰਨੀ ਉਸ ਮਾਲਕ ਦੀ ਭਗਤੀ ਵਿੱਚ ਬਰਕਤ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਸੋਨਾ ਜੇਬ 'ਚ ਪਾ ਕੇ ਲੈ ਜਾਓ, ਤੁਸੀਂ ਟਰੱਕ ਲੋਹੇ ਦਾ ਲਿਆਓ, ਪਰ ਲੋਹੇ ਦਾ ਲੋਹਾ ਜਿਹੜਾ ਉਹ ਜੇਬ 'ਚ ਪਾ ਕੇ ਤੁਸੀਂ ਸੋਨਾ ਨਹੀਂ ਖਰੀਦ ਸਕਦੇ। ਈਸ਼ਵਰ ਦਾ ਨਾਮ ਜਿਹੜਾ ਸੋਨੇ ਤੋਂ ਵੀ ਵੱਧ ਹੈ। ਇਹ ਥੋੜ੍ਹਾ ਵੀ ਬਹੁਤਾ ਬਣ ਜਾਂਦਾ ਹੈਗਾ। ਇਸ ਵਾਸਤੇ ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕਿਉਂਕਿ ਸੰਤਾਂ ਦੀਆਂ ਬਾਣੀਆਂ ਵਿਚਾਰਨ ਯੋਗ ਹੁੰਦੀ ਹੈ। ਜਿਨ੍ਹਾਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ ਔਰ ਉਸ ਮਾਲਕ ਨੂੰ ਹਾਸਲ ਕੀਤਾ ਹੈ, ਉਹ ਸਾਨੂੰ ਬਾਣੀ ਰਾਹੀਂ ਸਮਝਾ ਰਹੇ ਹੈ। ਹਾਂਜੀ। ਬਿਨ ਸ਼ਬਦ ਜਗ ਭੁੱਲਦਾ ਫਿਰਦਾ, ਦਰਗ ਮਿਲੇ ਸਜਾਏ। ਸਾਰੇ ਜਗਤ ਨੂੰ ਕਿਹਾ ਹੈ ਗੁਰੂ ਸਾਹਿਬ ਜੀ ਕਿ ਬਗੈਰ ਉਸ ਮਾਲਕ ਦੇ ਨਾਮ ਦੇ, ਬਿਨਾਂ ਉਸ ਸ਼ਬਦ ਦੇ, ਜਗ ਸਾਰਾ ਭੁੱਲਦਾ ਫਿਰਦਾ ਹੈ। ਸਾਨੂੰ ਇਹ ਸਮਝ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ। ਅੰਨ੍ਹੇਵਾਹ ਤੁਰੀ ਜਾਂਦੇ ਹਾਂ। ਅਸੀਂ ਕਿਸ ਯੁੱਗ ਦੇ ਕਰਮ ਕਰ ਰਹੇ ਹਾਂ। ਅਸੀਂ ਉਸ ਯੁੱਗ ਵਿੱਚ ਸਾਡੀ ਉਮਰ ਕਿਤਨੀ ਸੀ। ਕਈ ਵਾਰ ਬੜਾ ਅਫਸੋਸ ਆਉਂਦਾ ਹੈ ਕਿ ਬੜੇ ਬੜੇ ਸਾਇੰਸਦਾਨ, ਬੜੇ ਬੜੇ ਪੜ੍ਹੇ ਲਿਖੇ ਜਿਹੜੇ ਹੈ, ਜਿਨ੍ਹਾਂ ਨੇ ਬਹੁਤ ਕੁਝ ਬਣਾਇਆ ਦੁਨੀਆ ਦੇ ਉੱਤੇ, ਲੇਕਿਨ ਉਹ ਵੀ ਇੱਥੇ ਆ ਕੇ ਭੁੱਲ ਗਏ ਹੈ। ਇਹਦੇ ਬਾਰੇ ਕਦੀ ਸੋਚਿਆ ਨਹੀਂ ਕਿ ਅਸੀਂ ਜੋ ਕਰਮ ਕਰ ਰਹੇ ਹਾਂ ਈਸ਼ਵਰ ਦੇ ਮਿਲਣ ਦੇ ਸਾਨੂੰ ਮਿਲੇਗਾ। ਲੱਖਾਂ ਵਰ੍ਹੇ ਜਿਸ ਯੁੱਗ ਦੇ ਵਿੱਚ ਸਾਡੀਆਂ ਉਮਰਾਂ ਸਨ, ਅੱਜ ਅਸੀਂ ਉਹ ਕੰਮ ਕਰ ਰਹੇ ਹਾਂ। 100 ਸਾਲ ਸਾਡੀ ਉਮਰ ਸਾਰੀ ਰੱਖੀ ਹੈ ਕਾਲ ਭਗਵਾਨ ਨੇ। 100 ਸਾਲ ਦਾ ਵੀ ਕੋਈ ਵਿਰਲਾ ਹੀ ਹੁੰਦਾ ਹੈਗਾ। ਕਿਆ 100 ਸਾਲ ਦੇ ਵਿੱਚ ਲੱਖਾਂ ਵਰ੍ਹੇ ਦਾ ਕੰਮ ਜਿਹੜਾ ਹੋ ਸਕਦਾ ਹੈ? ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜੱਗ ਭੁੱਲਦਾ ਫਿਰਦਾ। ਆਪ ਵੀ ਭੁੱਲੇ ਸੀ ਨਾ। ਆਪ ਜਿਹੜਾ ਭੁੱਲੇ ਫਿਰ ਰਸਤੇ ਪੈ ਜਾਏ, ਉਹ ਦੁਨੀਆ ਨੂੰ ਦੱਸਦਾ ਹੈ ਕਿ ਇਹ ਰਸਤਾ ਭਾਈ ਮਾੜਾ ਹੈ, ਇੱਥੇ ਅੱਜ ਭੁੱਲ ਗਏ, ਇੱਥੇ ਸਾਨੂੰ ਦੁੱਖ ਮਿਲਿਆ ਹੈ। ਦੂਸਰਾ ਰਸਤਾ ਜਿਹੜਾ ਚੰਗਾ ਹੁੰਦਾ ਉਹ ਦੱਸਦੇ ਹੈਗੇ। ਗੁਰੂ ਸਾਹਿਬ ਜੀ ਆਪ ਵੀ 22 ਵਾਰ ਉਹਨਾਂ ਨੇ ਤੀਰਥ ਯਾਤਰਾ ਕੀਤੀ, ਜਗ ਮੋਸ਼ੇ ਕੀਤੇ ਔਰ ਬੜਾ ਕੁਝ ਕੀਤਾ, ਲੇਕਿਨ ਬਣਿਆ ਕੁਛ ਨਹੀਂ। ਹਾਂਜੀ। ਬਿਨ ਸ਼ਬਦ ਜਗ ਮਾਰੇ ਹੈ। ਇਸ ਦੇਹ ਦੇ ਅੰਦਰ 5 ਚੋਰ ਵਸਦੇ ਹੈ। ਉਹ ਕਿਹੜੇ ਕਿਹੜੇ ਨੇ? ਕਾਮ, ਕ੍ਰੋਧ, ਮੋਹ, ਲੋਭ, ਹੰਕਾਰ। ਇਹ ਸਾਨੂੰ ਲੁੱਟ ਰਹੇ ਹੈ, ਇਹ ਸਾਨੂੰ ਬਰਬਾਦ ਕਰ ਰਹੇ ਹੈ, ਲੇਕਿਨ ਅਸੀਂ ਸਮਝਦੇ ਨਹੀਂ। ਅਸੀਂ ਇਹਨਾਂ ਨਾਲ ਬਹੁਤ ਪਿਆਰ ਕਰਦੇ ਹਾਂ, ਇਹਨਾਂ ਨੂੰ ਅਸੀਂ ਆਪਣੇ ਸਕੇ ਸਹੇਲੇ ਸਮਝਦੇ ਹਾਂ, ਲੇਕਿਨ ਇਹ ਕਿਸੇ ਦੇ ਸਕੇ ਬਣੇ ਨਹੀਂ। ਕ੍ਰੋਧ ਕਿਸੇ ਦਾ ਸਕਾ ਬਣਦਾ ਹੈ। ਜਦ ਇਹਦਾ ਦੌਰ ਆਉਂਦਾ ਹੈ, ਇਹ ਕਿਸੇ ਨੂੰ ਦੇਖਦਾ ਨਹੀਂ, ਐਸੇ ਐਸੇ ਗਲਤ ਕੰਮ ਕਰ ਦਿੰਦਾ ਹੈ ਕਿ 20 ਸਾਲ ਸਜ਼ਾ ਕੱਟਣਾ ਪੈਂਦੀ ਹੈ। ਲੋਭ ਦੇ ਵਿੱਚ ਆ ਕੇ ਇਹ ਗਲਤ ਕੰਮ ਕਰ ਦੇਗਾ, ਮੋਹ ਵਿੱਚ ਆ ਕੇ ਕਰ ਦੇਗਾ। ਇਸ ਵਾਸਤੇ 88,000 ਵਰਸ ਰਿਸ਼ੀ ਨੇ ਤਪੱਸਿਆ ਕੀਤੀ। 88,000 ਵਰਸ ਰਿਸ਼ੀ ਨੇ ਤਪੱਸਿਆ ਕੀਤੀ। ਕਾਮ ਦ੍ਰਿਸ਼ਟੀ ਆਈ, ਉਹ ਖਿਆਲ ਆਇਆ, ਸਾਰੀ ਬਰਬਾਦ ਹੋ ਗਈ, ਸਾਰੀ ਬਰਬਾਦ ਹੋ ਗਈ। 88,000 ਵਰਸ ਦੀ। ਇਹ ਸਾਡੇ ਦੁਸ਼ਮਣ ਸਾਡੇ ਵਿੱਚ ਬੈਠੇ ਹੈ। ਸੰਤ ਜਿਹੜੇ ਸ਼ਬਦ ਦੀ ਕਮਾਈ ਕਰਦੇ ਹੈ, ਸਭ ਤੋਂ ਪਹਿਲਾਂ ਇਹਨਾਂ ਦੁਸ਼ਮਣਾਂ ਦੇ ਵੱਲ ਧਿਆਨ ਦਿੰਦੇ ਕਿ ਤੇਰੇ ਦੁਸ਼ਮਣ ਨਹੀਂ ਦੇਖੀ ਕਿਤੇ ਇਹਨਾਂ ਦੇ ਆਖੇ ਨਾ ਲੱਗੀ। ਜੇ ਇਹਨਾਂ ਦੇ ਆਖੇ ਲੱਗੇਗਾ ਬਰਬਾਦ ਹੋ ਜਾਏਗਾ। ਤੂੰ ਸਤਿਗੁਰ ਦੇ ਆਖੇ ਲੱਗ, ਜੋ ਸਤਿਗੁਰ ਤੈਨੂੰ ਕਹਿੰਦਾ ਸੋ ਕਰ। ਤੋ ਮਹਾਂਪੁਰਖ ਕਦੇ ਵੀ ਮਾੜਾ ਕਿਸੇ ਨੂੰ ਸਿੱਖਿਆ ਨਹੀਂ ਦਿੰਦੇ। ਉਹ ਚੰਗੀ ਸਿੱਖਿਆ ਦਿੰਦੇ ਆ ਕਿ ਈਸ਼ਵਰ ਦੀ ਭਗਤੀ ਕਰੋ ਔਰ ਸਾਧ ਸੰਗਤ ਦੀ ਸੇਵਾ ਕਰੋ, ਜਿਹਦੇ ਨਾਲ ਸਾਡਾ ਆਧਾਰ ਹੋਣਾ ਹੈ। ਸੇਵਾ ਪ੍ਰਧਾਨ ਰੱਖੀ ਹੈ ਸਾਰੇ ਸੰਤਾਂ ਮਹਾਂਪੁਰਖਾਂ ਨੇ, ਸਾਰੇ ਫਕੀਰਾਂ ਨੇ, ਰਿਸ਼ੀਆਂ ਮੁਨੀਆਂ ਨੇ ਪਹਿਲਾਂ ਸੇਵਾ ਹੀ ਰੱਖੀ ਪ੍ਰਧਾਨ। ਜਿਸ ਤਰ੍ਹਾਂ ਹੁਣ ਅਸੀਂ ਦੁਨੀਆ ਦੀ ਮਿਸਾਲ ਲੈ ਲਈਏ, ਕੋਈ ਅਸੀਂ ਪੌਦਾ ਲਗਾਉਂਦੇ ਹਾਂ, ਉਹਦਾ ਫਲ ਲਾਂਦੇ ਨਹੀਂ ਖਾ ਸਕਦੇ।
ਉਹਦੀ ਬਚਪਨੇ ਤੋਂ ਸੇਵਾ ਕਰਨਾ ਪੈਂਦੀ ਹੈ। ਔਰ ਜਦ ਵੀ ਉਸ ਦਾ ਸਮਾਂ ਹੁੰਦਾ ਹੈ ਫਿਰ ਉਹ ਸਾਨੂੰ ਆਪਣਾ ਫਾਇਦਾ ਦੇਗਾ। ਕਿਸੇ ਪਸ਼ੂ ਦੀ ਸੇਵਾ ਕਰਦੇ ਹਾਂ, ਬਚਪਨੇ ਤੋਂ ਸੇਵਾ ਕਰਦੇ ਹਾਂ, ਉਹਦਾ ਅਸੀਂ ਪਹਿਲਾਂ ਹੀ ਫਾਇਦਾ ਨਹੀਂ ਲੈ ਸਕਦੇ, ਉਹ ਵੀ ਆਪਣੇ ਸਮੇਂ ਪਰ ਸਾਨੂੰ ਫਾਇਦਾ ਦੇਗਾ। ਸਭ ਤੋਂ ਪਹਿਲਾਂ ਸਾਨੂੰ ਸੇਵਾ ਹੀ ਕਰਨਾ ਪੈਂਦੀ ਹੈ ਔਰ ਇੱਥੋਂ ਹੀ ਸਾਰੀ ਚੱਲਦੀ ਹੈ ਕਲਾ। ਸੇਵਾ ਦੇ ਨਾਲ ਮਨ ਨਿਰਮਲ ਹੁੰਦਾ ਹੈ। ਸੇਵਾ ਕਰਤ ਹੋਵਤ ਮਨ ਨਿਰਮਲ। ਸੇਵਾ ਕਰਦੇ ਕਰਦੇ ਇਹ ਮਨ ਜਿਹੜਾ ਮੈਲਾ ਹੋਇਆ ਇਹ ਸਾਫ਼ ਹੋ ਜਾਏਗਾ ਔਰ ਫਿਰ ਸਾਡਾ ਭਗਤੀ ਵੱਲ ਵੀ ਮਨ ਮੈਲੇ ਭਗਤ ਨਾ ਹੋਵੇ, ਸ਼ਬਦ ਨਾ ਲੱਗੇ ਪਿਆਰ। ਜਦੋਂ ਮਨ ਮੈਲਾ ਹੁੰਦਾ ਹੈ ਸਾਡੀ ਭਗਤੀ ਪੂਰਤੀ ਕੋਈ ਨਹੀਂ ਹੁੰਦੀ, ਸ਼ਬਦ ਨਾਲ ਸਾਡਾ ਪਿਆਰ ਹੀ ਨਹੀਂ ਹੁੰਦਾ, ਉਸ ਪਾਸੇ ਸਾਡਾ ਖਿਆਲ ਨਹੀਂ ਜਾਂਦਾ ਚੰਗੇ ਪਾਸੇ 'ਤੇ। ਹਾਂਜੀ। ਇਸ ਦੇਹੀ ਅੰਦਰ ਪੰਜ ਚੋਰ ਵਾਸ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅੰਮ੍ਰਿਤ ਲੂਟੇ ਮਨ ਮੁਖ ਨੇ ਬੋਝੈ, ਕੋਈ ਨ ਸੁਣੇ ਪੁਕਾਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਾਡੇ ਅੰਦਰੋਂ ਇਹ ਜਿਹੜੀ ਸਾਡੀ ਖੁਰਾਕ ਹੈ ਇਹ ਖਾ ਰਹੇ ਹੈ। ਇਹਨਾਂ ਦੀ ਖੁਰਾਕ ਨਹੀਂ ਹੈ, ਸਾਡੀ ਖੁਰਾਕ ਇਹ ਖਾ ਰਹੇ ਹੈ। ਸਾਨੂੰ ਪਤਾ ਨਹੀਂ ਲੱਗ ਰਿਹਾ, ਸਾਨੂੰ ਦਿਨੋਂ ਦਿਨ ਡਾਊਨ ਕਰ ਰਹੇ ਹੈ। ਦਿਨੋਂ ਦਿਨ ਸਾਡੀ ਖੁਰਾਕ ਖਾ ਕੇ ਸਾਨੂੰ ਕਮਜ਼ੋਰ ਕਰ ਰਹੇ ਹੈ, ਲੇਕਿਨ ਸਾਨੂੰ ਸਮਝ ਨਹੀਂ ਆ ਰਹੀ। ਸਾਨੂੰ ਕੋਈ ਬੂਝ ਨਹੀਂ, ਕੋਈ ਪਤਾ ਨਹੀਂ ਕਿ ਕੀ ਕਰਨਾ, ਕੀ ਕਰ ਰਹੇ ਹਾਂ ਅਸੀਂ। ਬਗੈਰ ਮੁਰਸ਼ਦ ਦੇ ਸਾਨੂੰ ਸਮਝ ਨਹੀਂ ਆ ਸਕਦੀ। ਹਾਂਜੀ। ਅੰਮ੍ਰਿਤ ਲੂਟੇ ਮਨ ਮੁਖ ਨੇ ਬੋਝੈ, ਕੋਈ ਨ ਸੁਣੇ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਅੰਧਾ ਜਗਤ ਅੰਧਾ ਵਰਤਾਰਾ। ਇਹ ਜਗਤ ਵੀ ਸਾਰੇ ਜਗਤ ਨੂੰ ਕਿਹਾ। ਸੈਂਤਾਂ ਦੀ ਬਾਣੀ ਜਿਹੜੀ ਹੈ ਮੁਸ਼ਤਰਕਾ ਹੈ, ਉਹ ਕਿਸੇ ਦਾ ਨਾਂ ਨਹੀਂ ਲੈਂਦੇ। ਉਹ ਸਾਰੇ ਜਗਤ ਨੂੰ ਕਹਿ ਰਹੇ ਕਿ ਸਾਰਾ ਜਗਤ ਹੀ ਅੰਨਾ ਹੈ। ਬਾਜ ਗੁਰੂ ਦੇ ਨੇਰ ਗੁਬਾਰ 'ਚ ਅਸੀਂ ਫਸੇ ਹੈਗੇ ਹਾਂ। ਸਾਨੂੰ ਕੋਈ ਪਤਾ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਔਰ ਕੀ ਕਰਨਾ ਚਾਹੀਦਾ ਹੈ। ਇਹ ਮੁਰਸ਼ਿਦ ਸਾਨੂੰ ਦੱਸੇਗਾ ਕਿ ਭਾਈ ਤੂੰ ਕੀ ਕਰਨ ਆਇਆ ਹੈ, ਕਿਸ ਕੰਮ ਨੂੰ ਆਇਆ ਹੈ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਆ, ਕਈ ਜਨਮ ਤੋਂ ਪਿਆ ਕੀੜ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੈਂਖੀ ਸਰਪ ਹੋਇਓ, ਕਈ ਜਨਮ ਐਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮੇਲਣ ਕੀ ਵਰੀਆ, ਚਿਰਾਂ ਕਾਲ ਇਹ ਦੇਹ ਸੰਜਰੀਆ। ਇਹ ਦੇਹ ਸਾਨੂੰ ਬਹੁਤ ਚਿਰ ਦੇ ਬਾਅਦ ਮਿਲੀ ਹੈ, ਇਹ ਜਲਦੀ ਨਹੀਂ ਮਿਲੀ। 84 ਦਾ ਚੱਕਰ ਭੁਗਤ ਕੇ ਅਸੀਂ ਆਏ ਹਾਂ। ਇਹ ਦੇਹ ਸਾਨੂੰ ਮਿਲੀ ਹੈ, ਕਿਸ ਵਾਸਤੇ ਮਿਲੀ ਹੈ? ਉਸ ਭਗਵਾਨ ਦੇ ਮਿਲਣ ਵਾਸਤੇ, ਨੇਕ ਪਾਕ ਕੰਮ ਕਰਨ ਵਾਸਤੇ, ਉਸ ਮਾਲਕ ਦੇ ਨਾਲ ਮਿਲਣ ਵਾਸਤੇ ਸਾਨੂੰ ਦੇਹ ਮਿਲੀ। ਔਰ ਕੋਈ ਕੰਮ ਨਹੀਂ। ਸਾਨੂੰ ਚੋਰੀਆਂ ਠੱਗੀਆਂ ਵਾਸਤੇ ਨਹੀਂ ਮਿਲੀ, ਮਾੜੇ ਕੰਮਾਂ ਵਾਸਤੇ ਨਹੀਂ ਮਿਲੀ, ਅੱਛੇ ਕੰਮਾਂ ਵਾਸਤੇ, ਉਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਮਿਲੀ। ਲੇਕਿਨ ਅਸੀਂ ਉਹ ਕੰਮ ਕਰਦੇ ਨਹੀਂ, ਉਸ ਪਾਸੇ ਸਾਡਾ ਕੋਈ ਧਿਆਨ ਨਹੀਂ ਹੋ ਰਿਹਾ। ਹਾਂਜੀ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਹਉਮੈ ਮੇਰਾ ਕਰ ਕਰ ਬਿਗੋਤੇ, ਕਿਉਂ ਚਲਨ ਚਲਦਿਆਂ ਨਾਲ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਭਾਈ ਮੇਰੀ ਮੇਰੀ ਕਰਦਿਆਂ ਤੇ ਅਸੀਂ ਸਾਰੀ ਉਮਰ ਹੀ ਹੋਇਆ। ਜੋ ਅਸੀਂ ਕਮਾਉਂਦੇ ਹਾਂ ਸਾਡਾ ਇੱਥੇ ਹੀ ਰਹਿ ਜਾਂਦਾ ਹੈ। ਜਦੋਂ ਅਸੀਂ ਜਾਣਾ ਸਾਨੂੰ ਇਕੱਲਿਆਂ ਨਾ ਜਾਣਾ, ਇਕੱਲਿਆਂ ਸਾਨੂੰ ਹਿਸਾਬ ਦੇਣਾ ਪੈਣਾ ਹੈ।
ਇੱਥੇ ਸਾਡੇ ਮਹਿਲ ਮਾੜੀਆਂ ਰਹਿ ਜਾਣੀਆਂ, ਇੱਥੇ ਸਾਡੀਆਂ ਜਾਇਦਾਦਾਂ ਰਹਿ ਜਾਣੀਆਂ, ਇੱਥੇ ਸਾਡੇ ਖਜ਼ਾਨੇ ਰਹਿ ਜਾਂਦੇ ਹੈ। ਤੁਸੀਂ ਦੇਖ ਲਓ, ਅੱਖੀਂ ਦੇਖਦੇ ਦੇਖਦਿਆਂ ਰਾਜੇ ਮਹਾਰਾਜੇ ਜਾ ਰਹੇ ਹੈ, ਸ਼ਾਹੂਕਾਰ ਜਾ ਰਹੇ ਹੈ, ਬੜੇ ਬੜੇ ਦੁਨੀਆ ਤੋਂ ਆਏ ਜਿਹੜੇ ਜਾ ਰਹੇ ਹੈ। ਇਹ ਕੋਈ ਰਹਿਣ ਦਾ ਕੰਮ ਨਹੀਂ ਇੱਥੇ, ਨਾ ਇੱਥੇ ਕੋਈ ਰਿਹਾ ਹੈ ਨਾ ਕਿਸੇ ਰਹਿਣਾ। ਕਬੀਰ ਸਾਹਿਬ ਨੇ ਇਸੇ ਵਾਸਤੇ ਬਾਣੀ 'ਚ ਫਰਮਾਇਆ, ਜਦ ਦੇਖਿਆ ਦੁਨੀਆ ਦੇ ਵਿੱਚ ਕਿਆ ਕੋਈ ਕਾਇਮ ਰਹਿਣ ਵਾਲੀ ਵਸਤੂ ਹੈ, ਤਾਂ ਉਹਨਾਂ ਨੂੰ ਕੋਈ ਨਜ਼ਰ ਨਹੀਂ ਆਈ। ਇਸ ਵਾਸਤੇ ਉਹਨਾਂ ਨੇ ਫਰਮਾਇਆ, ਕਹਿਤਾ ਹੂੰ ਕਿਆ ਕਹੂੰ क्या बजाऊं ढोल, श्वासा खाली याद है तीन लोग का मोल। कि एक एक श्वास साडा जिहड़ा परमात्मा की भगती तो जा रहा है, तरलोकी भी दी जाए तो वापस नहीं मिलता। ये साढ़े श्वास जाया जा रहे हैं, 24,000 श्वास साडा जा रहा है, बड़े बड़ियां दा जा रहा, छोटियां दा जा रहा, किसी अर्थ नहीं लग रहे। कितना घाटा सानू पै रहा है। इस घाटे नूं असीं किस तरह पूरा कर सकते हैं। दुनिया के घाटे सारे पूरे हो सकते हैं, लेकिन जिहड़ा साडा जिंदगी का घाटा है पूरा नहीं हो सकता। इस वास्ते सानू ईश्वर की भगती करनी चाहिए है, नाम जपना चाहिए है, ताकि जिहदे विच सानू फायदा मिलना है, जां जो असीं करन वास्ते आए हैं इस दुनिया दे विच। हाँ जी, हाँ मैं मेरा कर कर बिगोते, क्यों चले न चल दिया नाल। गुरमुख होए सो नाम त्या, सदा हर नाम समाल। गुरु साहब जी बड़े प्यार नाल फरमा रहे हैं, गुरमुख होवे तो नाम संभाले। नाम नू संभालना जिहड़ा है वो कोई सोने की डली नहीं, नाम जिहड़ा कि असी टैंकां 'च पा लेना, वो एक सत है। सत गया तो क्या रहा, सील गया सब झाड़, भगती खेत कैसे बचे जब टूट गई है बाड़। वो सत जिहड़ा है वो फकीर कायम रखते हैं। कई बार अगे भी दसिया, स्वामी दयानंद जी उन्होंने समाधि लगी सी, कोई औरत उन्होंने मत्था टेक गई, मत्थे का मुड़का जिहड़ा उन्होंने चरणों में लग गया। जदों उन्होंने समाधि खुली, थले ध्यान आया तो पता लग गया साडा खून पसीना जिहड़ा हर एक का इको जिहा नहीं हैगा, अलग अलग है। जैसे जैसे असी खाने खाते हैं, जैसे काम करते हैं, जैसी साड़ी संगत है, ऐसा साड़ा खून पसीना हैगा। सारी रात जागते रहे कि मेरा सत भंग ना हो जाए, सारी रात जागते रहे। इनू कहते नाम रखना। असी गुआ रहे हैं, साढ़े अंदरों ताकत जा रही है, गुआ रहे हैं असी। सानू कोई समझ ही नहीं आ रही सानू कितना घाटा पै रहा है। हाँ जी, गुरमुख होए सो नाम त्या, सदा हर नाम समाल। सच्ची बाणी हर गुण गावे, नदरी नदर निहाल। गुरु साहब जी बड़े प्यार दे नाल फरमा रहे, सच्ची बाणी हर गुण गावे, नदरी नदर निहाल। फकीरां दी नज़र इन्नी पावर होंदी है उहदे विच कि इन्नी किसी चीज़ 'च पावर नहीं होंदी। कई बार अगे भी दसिया कि हज़रत बहु साहब ने फरमाया है, एक निगाह जे आशिक देखे लखां करोड़ां तारे हो, हज़ार निगाह जे आलम देखे कंधी मोल ना चाड़े हो। रब दा आशिक, रब दा प्यारा एक निगाह देख लवे तो कई जीवां नूं लखां नूं तार दिंदा है। कई बार अगे भी दसिया कि तुलसी साहब जी
ਇੱਕ ਮੇਲੇ ਦੇ ਵਿੱਚ ਚਲਾ ਗਏ। ਸੰਤਾਂ ਦਾ ਖਿਆਲ ਕਦੀ ਕਦੀ ਲਹਿਰ ਆਉਂਦੀ ਹੈ, ਇਹ ਲਹਿਰ ਆ ਗਈ ਕਿ ਸਾਰੇ ਲੋਕ ਮੇਰੇ ਵੱਲ ਦੇਖਣ ਤੇ ਮੈਂ ਸਾਰਿਆਂ ਨੂੰ ਸੱਚਖੰਡ ਲੈ ਜਾ। ਲੇਕਿਨ ਕਿਸੇ ਦੇਖਿਆ ਨਹੀਂ, ਇਹ ਦੇਖਿਆ ਕਿ ਬੁੱਢਾ ਜਿਹਾ ਜਾ ਰਿਹਾ ਕੋਈ। ਇੱਕ ਕੰਜਰੀ ਹੀ ਜਿਹੜਾ ਆਪਣਾ ਪੇਸ਼ਾ ਛੱਡ ਕੇ ਫਕੀਰਾਂ ਦੀ ਸੋਭਤ ਕਰਦੀ ਸੀ, ਉਸ ਨੇ ਨਜ਼ਰ ਭਰ ਕੇ ਦੇਖਿਆ ਕਿ ਇਹ ਜਾਂ ਖੁਦ ਖੁਦਾ ਜਾਂ ਖੁਦਾ ਦਾ ਪਿਆਰਾ, ਇਹ ਆਮ ਬੰਦਾ ਨਹੀਂ ਹੈਗਾ। ਉਧਰ ਤੁਲਸੀ ਸਾਹਿਬ ਨੇ ਵੀ ਨਜ਼ਰ ਕੀਤੀ, ਉਹ ਲੜਕੀ, ਉਹਦਾ ਧਿਆਨ ਅੰਦਰ ਚਲਾ ਗਿਆ, ਖੰਡਾ ਬ੍ਰਹਮੰਡਾ ਲੋਟ-ਪੋਟ ਹੋ ਕੇ ਜ਼ਮੀਨ 'ਤੇ ਗਿਰ ਗਈ। ਤੁਲਸੀ ਸਾਹਿਬ ਨੇ ਫਰਮਾਇਆ ਕਿ ਸਾਰੇ ਮੇਲੇ 'ਚੋਂ ਇੱਕ ਲੜਕੀ ਤਰੀ ਹੈਗੀ। ਇਸ ਵਾਸਤੇ ਸੰਤਾਂ ਦੀ ਮੌਜ ਹੁੰਦੀ ਹੈ, ਉਹ ਤਾਂ ਕਹਿੰਦੇ ਸਾਰੇ ਹੀ ਤੁਸੀਂ ਆਪਣੇ ਦੇਸ਼ ਚਲੋ, ਇਹ ਸਾਡਾ ਘਰ-ਬਾਰ ਨਹੀਂ, ਇਹ ਕਾਲ ਦਾ ਦੇਸ਼ ਹੈ, ਇੱਥੋਂ ਕਈ ਆਏ ਕਈ ਚਲੇ ਗਏ ਹੈਗੇ। ਜੋ ਜੋ ਕੰਮ ਕੀਤਾ ਉਹਦੀ ਉਹਨਾਂ ਨੂੰ ਫਾਇਦਾ ਮਿਲ ਗਿਆ ਜਾਂ ਸਜ਼ਾ ਮਿਲ ਗਈ। स्वामी जी महाराज भी फरमाते हैं, जे तो घर है काल का, घर अपना मत जान, निश्चय करके मानियो जो अब कहू बखान। भाई ये काल का देश है, इत्थे बड़े बड़े दुनिया ते आए है, पिछे नज़र मारो कि ऋषि मुनि आए हैं, संत महात्मा आए हैं, राजे महाराजे आए हैं, किधर गए है, चला गया। ये रहन की जगह नहीं, ना इत्थे कोई रह सकता है। जो इस जिंदगी में चंगा काम कर जाए उसका फायदा मिलेगा, अगर जे माड़ा काम करता है फिर उसनों माड़ा फायदा मिलेगा, फिर चंगा नहीं मिल सकता। हाँ जी। सच्ची बाणी हर गुण गावे, नदरी नदर निहाल, सतगुर ज्ञान सदा कट चानन, अमर सिर पात शाह। गुरु साहब जी बड़े प्यार दे नाल फरमा रहे हैं कि जदों ये सच्चा हो के भजन करता है तो ये अंदर पवित्रताई और रोशनी आ जाती है, समझदारी आ जाती है। आप ज्ञान जेड़े साढ़े अंदरों निकल जाते हैं और साढ़े अंदर असली ज्ञान आ जाता है। वो शब्द की कमाई जी, शब्द की जी मेहनत करनी है, वो साढ़े असल ज्ञान है। वो साढ़े अंदर चानन कर देता है, साढ़े अंदर रोशनी कर देता है, पवित्र कर देता है सानू। हाँ जी। सतगुर ज्ञान सदा कट चानन, अमर सिर पात शाह। अन दिन भगत करे दिन राती, राम नाम सच ला। गुरु साहब जी आन दिन दस रहे है, आन दिन भगती करनी बड़ी औखी है। रोजाना काम करना जड़ा बड़ा औखा है। जिन्हें फकीरां कीता उन्होंने पता है। एक दिन नाल बनता कुछ नहीं, जिंदगी का कोरस है। असी उस परमात्मा का नाम हर वक्त लेंदे रहिए, चलद्या फिरद्या काम काज करद्या भी। ये नहीं कि असी एक दिन नाम लैके उस मालिक की भगती करके ते कई महीने भूल के ना ही ना लईए। नहीं, फकीर नहीं, जिन्हां दे विच रब्बी प्यार होंदा है वो डरदे नहीं हैगे। आशिक नहीं डरदे मौत कोलों, भावें सूली चढ़ना पै जावे। नच नच के पीर मना लैन दिओ, भावें कंजरी बनना पै जावे। साईं बुल्ले शाह ने फरमाया कि आशिक जिहड़े वो मौत तो डरदे नहीं, भावें सूली ते चढ़ना पै जाए, वो डरदे नहीं, वो ईश्वर की भगती करते हैं। साईं बुल्ले शाह ने फरमाया कि मैनू अपने पीर नू मना लैन दो, बेशक मैनू कंजरी कह दो,
ਮੈਨੂੰ ਨੱਚ ਨੱਚ ਕੇ ਮਨਾ ਲੈਣ ਦਿਓ। ਫਕੀਰਾਂ ਨੇ ਜਿਸ ਤਰੀਕੇ ਨਾਲ ਹੋਇਆ ਉਸ ਖੁਸ਼ੀ ਨਹੀਂ ਲੈਣ ਦੀ ਕੋਸ਼ਿਸ਼ ਕੀਤੀ ਮੁਰਸ਼ਦ ਦੀ, ਜਿਹੜੀ ਖੁਸ਼ੀ ਲੋਹ ਲਾਗ ਵਿੱਚ ਇੱਥੇ ਵੀ ਔਰ ਦਰਗਾਹ ਵਿੱਚ ਵੀ ਕੰਮ ਦਿੰਦੀ ਹੈ। ਉਸ ਖੁਸ਼ੀ ਨੂੰ ਲੈਣ ਵਾਸਤੇ ਜੋ ਵੀ ਬੇਸ਼ ਬਣਾਉਣਾ ਹੋਇਆ ਬਣਾਉਣਾ, ਜੋ ਕੰਮ ਕਰਨਾ ਹੀ ਕੀਤਾ ਉਹਨਾਂ ਨੇ। ਹਾਂਜੀ। ਅਨ ਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਸਚ ਲਾ। ਬਾਬਾ ਫਰੀਦ ਜੀ ਜਦੋਂ ਜੰਗਲ ਦੇ ਵਿੱਚੋਂ ਤਪੱਸਿਆ ਕਰਕੇ ਆਏ ਹੈ ਤੇ ਬਾਬੇ ਫਰੀਦ ਦੀ ਮਾਤਾ ਨੇ ਉਹਦੇ ਬਾਲ ਸਵਾਰਨ ਵਾਸਤੇ ਬਹਿ ਗਈ। ਜਦੋਂ ਇੱਕ ਬਾਲ ਨੂੰ ਖਿੱਚਿਆ ਤੇ ਬਾਬੇ ਫਰੀਦ ਨੇ ਸੀ ਵੱਟੀ। ਮਾਤਾ ਨੇ ਕਿਹਾ ਅਜੇ ਤੇਰੀ ਭਗਤੀ ਪੂਰੀ ਨਹੀਂ ਹੋਈ, ਤੇਰੀ ਭਗਤੀ ਪੂਰੀ ਨਹੀਂ ਹੋਈ। ਜਿਹਨਾਂ ਦਰਖਤਾਂ ਦੇ ਤੂੰ ਫਲ ਤੋੜ ਕੇ ਖਾਂਦਾ ਰਿਹਾ ਹੈ, ਪੱਤੇ ਤੋੜ ਕੇ ਖਾਂਦਾ ਰਿਹਾ ਹੈ, ਕੀ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਰਿਹਾ? ਤੇਰਾ ਇੱਕ ਬਾਲ ਫੁੱਟਿਆ ਤੇ ਤੂੰ ਸੀ ਵੱਟੀ ਹੈ, ਦਰਦ ਹੋਈ ਹੈ, ਕੀ ਉਹਨਾਂ ਨੂੰ ਤਕਲੀਫ ਨਹੀਂ ਸੀ ਹੁੰਦੀ? ਇਹ ਤੇਰੀ ਭਗਤੀ ਮਨਜ਼ੂਰ ਨਹੀਂ। ਉਸ ਵਕਤ ਲਿਖਿਆ ਉਹਨਾਂ ਨੇ, ਜਾਲ ਜਰਾ ਨਾ ਮਾਈ ਨੇ ਤਰਸ ਕੀਤਾ, ਜਾਲ ਜਰਾ ਨਾ ਮਾਈ ਨੇ ਤਰਸ ਕੀਤਾ, ਕਿਹਾ ਜਾ ਫਕੀਰੀ ਨੂੰ ਟੋਲ ਬੇਟਾ, ਦੁੱਖ ਸੁੱਖ ਦੇ ਵੱਲ ਨਹੀਂ ਧਿਆਨ ਕਰਨਾ, ਸਦਾ ਰੱਖਣੀ ਉਸ ਦੀ ਚਾਹ ਬੇਟਾ। ਕਾਠ ਦੀ ਰੋਟੀ ਬਣਾ ਕੇ ਉਹਦੇ ਗਲ 'ਚ ਪਾ ਦਿੱਤੀ ਸੀ। 12 ਸਾਲ ਨਹੀਂ ਅੰਨ ਤੂੰ ਖਾਮਣਾ ਹੈ, ਰੋਟੀ ਕਾਠ ਦੀ ਨਾਲ ਨਿਭਾ ਬੇਟਾ। ਸੱਜਣ ਆਨ ਭੁਲਾਮ ਦੇ ਪੀਰ ਬਖਸ਼ਾ, ਸਦਾ ਦੇਖਣਾ ਉਸ ਦਾ ਰਾਹ ਬੇਟਾ। ਇਹ ਕਾਠ ਦੀ ਰੋਟੀ ਜਿਹੜੀ ਹੈ ਇਹਦੇ ਨਾਲ ਕੱਟਣੇ ਜੇ 12 ਸਾਲ। ਦੇਖੀ ਕਿਸੇ ਦਾ ਫਲ ਜਾਂ ਪੱਤਾ ਨਾ ਤੋੜੀ। ਤਾਂ ਦੁਨੀਆ ਦੇ ਸੱਜਣ ਆਉਣਗੇ ਸਮਝਾਉਣਗੇ, ਦੇਖੀ ਉਹਨਾਂ ਦੇ ਆਖੇ ਨਾ ਲੱਗੀ। ਸਦਾ ਉਸ ਪਰਮਾਤਮਾ ਦਾ ਰਾਹ ਦੇਖਦਿਆਂ ਰਹਿਣਾ, ਉਸ ਈਸ਼ਵਰ ਦਾ ਰਾਹ ਵੱਲ ਧਿਆਨ ਦੇਣਾ ਹੈਗਾ। ਬਾਬੇ ਫਰੀਦ ਦੀ ਮਾਈ ਨੇ ਫਰੀਦ ਨੂੰ ਸ਼ਬਦ ਦਿੱਤਾ। ਫਰੀਦ ਨੂੰ ਦਰਅਸਲ ਬਾਬੇ ਫਰੀਦ ਦੀ ਮਾਈ ਨੇ ਹੀ ਭਗਤੀ ਕਰਾਈ ਹੈ ਉਹਦੇ ਪਾਸੋਂ। ਛੋਟੇ ਜਿਹੇ ਬੱਚੇ ਨੂੰ ਹੀ ਕਹਿੰਦੀ ਸੀ ਕਿ ਇਹ ਬੇਟਾ ਨਮਾਜ਼ ਪੜ੍ਹਿਆ ਕਰ। ਉਸ ਨੇ ਕਹਿਣਾ ਨਮਾਜ਼ ਪੜ੍ਹਿਆ ਕੀ ਮਿਲਦਾ? ਅਸੀਂ ਹੁਣ ਵੀ ਕੋਈ ਬੱਚਾ ਆਖੇ ਨਹੀਂ ਲੱਗਦਾ ਉਹਨੂੰ ਅਸੀਂ ਕਹਿੰਦੇ ਹਾਂ ਤੇ ਆਖੇ ਨਹੀਂ ਲੱਗਦਾ। ਲੇਕਿਨ ਅਸੀਂ ਪਹਿਲੀ ਉਮਰ ਦੇ ਵਿੱਚ ਜੇ ਉਸ ਨੂੰ ਕੋਈ ਪੱਟੀ ਪੜ੍ਹਾਵਾਂਗੇ, ਕੋਈ ਜਾਚ ਦੱਸਾਂਗੇ ਤਾਂ ਉਹ ਤੋੜ ਤੱਕ ਚਲੇਗਾ। ਜੇ ਅਸੀਂ ਅੱਗੋਂ ਜਾ ਕੇ ਉਹਨੂੰ ਸਮਝਾਵਾਂਗੇ, ਉਹਦੀਆਂ ਕਈ ਸੁਸਾਇਟੀਆਂ ਬਣ ਜਾਂਦੀਆਂ, ਉਹ ਸਮਝਦਾ ਹੀ ਨਹੀਂ। ਬਾਬੇ ਫਰੀਦ ਨੂੰ ਛੋਟੇ ਜਿਹੇ ਬੱਚੇ ਨੂੰ ਹੀ ਉਹਦੀ ਮਾਤਾ ਨੇ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰਾਣੀ, ਨਮਾਜ਼ ਪੜ੍ਹਿਆ ਕਰ। ਉਸ ਨੇ ਕਹਿਣਾ ਨਮਾਜ਼ ਪੜ੍ਹਿਆ ਕੀ ਮਿਲਦਾ? ਕੋਈ ਫਕੀਰ ਮਿਲਿਆ, ਉਸ ਨੂੰ ਉਸ ਮਾਤਾ ਨੇ ਕਿਹਾ ਕਿ ਮੇਰਾ ਬੱਚਾ ਨਮਾਜ਼ ਨਹੀਂ ਪੜ੍ਹਦਾ। ਅਗਰ ਜੇ ਮੈਂ ਕਹਿੰਦੀ ਹਾਂ ਨਮਾਜ਼ ਪੜ੍ਹਿਆ ਕਰ ਤੇ ਮੈਨੂੰ ਕਹਿੰਦਾ ਕੀ ਮਿਲਦਾ ਹੈਗਾ? ਮੈਨੂੰ ਨਹੀਂ ਪਤਾ ਕੀ ਮਿਲਦਾ। ਉਸ ਨੇ ਕਿਹਾ ਮਾਤਾ ਤੂੰ ਇੱਕ ਟਕੇ ਦੀ ਸ਼ੱਕਰ ਲੈ ਕੇ ਦੀ ਸਫ ਦੇ ਵਿੱਚ ਥੱਲੇ ਰੱਖ ਦਿਆ ਕਰ। ਜਦੋਂ ਇਹ ਕਹੇਗਾ ਕੀ ਮਿਲਦਾ ਤੂੰ ਕਹੀਂ ਸ਼ੱਕਰ ਮਿਲਦੀ ਹੈ। ਰੋਜ਼ ਬਾਬੇ ਫਰੀਦ ਨੇ ਜਦ ਨਮਾਜ਼ ਪੜ੍ਹਨੀ, ਜਦੋਂ ਸਫ ਪੁੱਟਣੀ ਤੇ ਸ਼ੱਕਰ ਪਈ ਹੁੰਦੀ ਸੀ। ਜਾਨੇ ਚਸਕਾ ਹੋ ਗਿਆ। ਫਿਰ ਬਿਲਾ ਆਖੇ ਹੀ ਆਪਣੀ ਮਰਜ਼ੀ ਨਾਲ ਹੀ ਸ਼ੌਕ ਪੈਦਾ ਹੋ ਗਿਆ, ਆਪਣੀ ਮਰਜ਼ੀ ਨਾਲ ਹੀ ਪੜ੍ਹਨਾ ਸ਼ੁਰੂ ਕੀਤੀ। ਇੱਕ ਦਿਨ ਸ਼ੱਕਰ ਰੱਖਣ ਦਾ ਚੇਤਾ ਨਹੀਂ ਰਿਹਾ ਮਾਈ ਨੂੰ। ਪਰਮਾਤਮਾ ਦੇ ਅੱਗੇ ਫਰਿਆਦਾਂ ਕਰਨ ਲੱਗੀ ਕਿ ਹੈ ਮਾਲਕ, ਜੇ ਅੱਜ ਸ਼ੱਕਰ ਨਹੀਂ ਮਿਲੀ ਤੇ ਮੇਰੇ ਬੇਟੇ ਨੇ ਨਮਾਜ਼ ਨਹੀਂ ਪੜ੍ਹਨੀ, ਤੂੰ ਮੇਰੇ 'ਤੇ ਕਿਰਪਾ ਕਰ ਦਿਆ ਕਰ। ਜਦੋਂ ਨਮਾਜ਼ ਪੜ੍ਹੀ ਉਸਨੇ ਸਾਫ ਪੁੱਟੀ ਤੇ ਸ਼ੱਕਰ ਥੱਲੇ ਪਈ ਸੀ। ਮਾਤਾ ਨੇ ਪੁੱਛਿਆ ਬੇਟਾ ਅੱਜ ਵੀ ਤੈਨੂੰ ਸ਼ੱਕਰ ਮਿਲੀ ਹੈ?
ਕਹਿੰਦੇ ਹਾਂ ਮਿਲੀ ਹੈ। ਰੋਜ਼ ਮਿਲਦੀ, ਅੱਜ ਕੀ ਮਿਲਣੀ ਹੈ ਜੀ? ਕਹਿੰਦੇ ਬਸ ਹੁਣ ਪਰਮਾਤਮਾ ਦੀ ਡਿਊਟੀ ਹੋ ਗਈ ਹੈ, ਮੇਰੀ ਡਿਊਟੀ ਖਤਮ ਹੋਈ। ਇਸ ਤਰੀਕੇ ਨਾਲ ਬਾਬੇ ਫਰੀਦ ਨੂੰ ਬੰਦਗੀ ਕਰਾਈ ਹੈ ਉਹਦੀ ਮਾਤਾ ਨੇ। ਇੱਕ ਪਾਤਸ਼ਾਹ ਦਾ ਲੜਕਾ ਪੜ੍ਹਦਾ ਨਹੀਂ ਸੀ, ਉਹ ਕਬੂਤਰਾਂ ਦੀ ਸ਼ੌਕ ਸੀ, ਉਹਨਾਂ ਨੂੰ ਕਬੂਤਰ ਉਡਾਉਂਦਾ ਰਹਿੰਦਾ ਸੀ। ਅਤੇ ਫਕੀਰ ਬੜੇ ਢੰਗ ਨਾਲ ਬੰਦੇ ਦਾ ਮੁਹਾਰਾ ਮੋੜਦੇ ਹੈ, ਇਹ ਛੇਤੀ ਨਹੀਂ ਮੁੜਿਆ ਜਾਂਦਾ। ਕਿਸੇ ਫਕੀਰ ਨੂੰ ਪਾਤਸ਼ਾਹ ਨੇ ਕਿਹਾ ਕਿ ਮੇਰਾ ਲੜਕਾ ਜਣੇ ਪੜ੍ਹਦਾ ਨਹੀਂ, ਇਹ ਕਬੂਤਰਾਂ ਦਾ ਬੜਾ ਸ਼ੌਕੀਨ ਹੈਗਾ, ਕਬੂਤਰਾਂ ਨੂੰ ਉਡਾਉਂਦਾ ਹੈ। ਕਹਿੰਦੇ ਕੋਈ ਗੱਲ ਨਹੀਂ। ਉਹ ਫਕੀਰ ਉਹਦੇ ਨਾਲ ਮਿਲ ਗਿਆ, ਕਬੂਤਰ ਉਡਾਉਣਾ ਸ਼ੁਰੂ ਕਰ ਦਿੱਤੇ। ਫਕੀਰ ਨੇ ਕਿਹਾ ਬੇਟਾ ਅਸੀਂ 2 ਜਣੇ ਹੋਏ ਹਾਂ, ਕਬੂਤਰ ਥੋੜ੍ਹੇ ਹੈ, ਕਬੂਤਰ ਹੋਰ ਮੰਗਾ। ਬਾਦਸ਼ਾਹ ਦਾ ਹੁਕਮ ਉਹਨਾਂ ਹੋਰ ਮੰਗਾ ਲਏ। 1-2 ਦਿਨ ਦੇ ਬਾਅਦ ਕਿਹਾ ਬੇਟਾ ਕਬੂਤਰ ਬਹੁਤ ਹੋ ਗਏ ਹੈ, ਹੁਣ ਅਸੀਂ ਇਹਨਾਂ ਨੂੰ ਬੁਲਾਉਣਾ ਕਿੱਦਾਂ? ਇਹਨਾਂ ਦੇ ਪਰਾਂ ਦੇ ਉੱਤੇ ਨਾਂ ਲਿਖੋ, ਨੰਬਰ ਲਿਖੋ। ਉਹਨਾਂ ਦੇ ਪਰਾਂ 'ਤੇ ਲਿਖਿਆ, ਉਹਨੇ ਅਲਫ ਲਿਖਿਆ, ਬੇ ਲਿਖਿਆ, ਪੇ ਲਿਖਿਆ, ਤੇ ਲਿਖ ਲਿਆ, ਇੱਦਾਂ ਉਹ ਮੁਹਾਰੀ ਸਾਰੀ ਪਰਾਂ ਦੇ ਉੱਤੇ ਲਿਖੀ। ਦੂਜੇ ਤੀਜੇ ਦਿਨ ਕਿਹਾ ਬੇਟਾ ਇਹ ਤਾਂ ਸਿਰਫ ਹਰਫ ਲਿਖੇ ਹੈ, ਅਸੀਂ ਹੁਣ ਬੁਲਾਉਣਾ ਕਿੱਦਾਂ? ਇਹਨਾਂ ਕਬੂਤਰਾਂ ਦਾ ਨਾਂ ਲਿਖ, ਲਫ਼ਜ਼ ਲਾ, ਕਿਤਨੇ ਲਫ਼ਜ਼ ਲਿਖਦੇ ਆ ਕਬੂਤਰ ਦੇ ਨਾਂ ਨੂੰ। ਉਹ ਲੜਕਾ ਉਸ ਪਾਸੇ ਦੇ ਰੁਕ ਹੋ ਗਿਆ। ਫਿਰ ਉਹਨਾਂ ਦੇ ਨਾਂ ਲਿਖਣ ਵਾਸਤੇ ਉਹ ਜੋੜ ਕਰਨਾ ਸ਼ੁਰੂ ਕਰ ਦਿੱਤੇ ਕਿ ਕਿਤਨੇ ਲਫ਼ਜ਼ ਲੱਗਦੇ ਆ ਕਬੂਤਰ ਲਿਖਣਾ ਦਾ ਨਾਂ ਲਿਖਣ ਵਾਸਤੇ। ਮਤਲਬ ਕਿ ਆਸਤੇ ਆਸਤੇ ਫਕੀਰ ਨੇ ਉਹਦੀ ਮੁਹਾਰ ਜਿਹੜੀ ਮੋੜ ਲਈ, ਧਿਆਨ ਉਧਰ ਲਾ ਦਿੱਤਾ ਪੜ੍ਹਨ ਵੱਲ, ਅਤੇ ਕਬੂਤਰਾਂ ਦਾ ਧਿਆਨ ਹਟਾ ਦਿੰਦਾ। ਇਸੇ ਤਰ੍ਹਾਂ ਸੰਤ ਮਹਾਂਪੁਰਖ ਸਾਡੇ ਦੁਨੀਆ 'ਤੇ ਜਦੋਂ ਆਉਂਦੇ ਹੈ ਅਤੇ ਸਾਡੇ ਧਿਆਨ ਨੂੰ ਬਦਲਦੇ ਹੈ। ਸਿਰਫ ਉਹਨਾਂ ਸਾਡੇ ਖਿਆਲ ਨੂੰ ਹੀ ਬਦਲਣਾ ਹੈ ਕਿ ਜਿਹੜਾ ਸਾਡਾ ਖਿਆਲ ਬੁਰਾਈਆਂ 'ਤੇ ਜਾਂਦਾ ਹੈ ਉਹ ਸਾਡਾ ਖਿਆਲ ਅੱਛੇ ਪਾਸੇ ਚਲਾ ਜਾਏ। ਉਹ ਇਸੇ ਵਾਸਤੇ ਤਕੀਦ ਕਰਦੇ ਹੈ, ਇਸੇ ਵਾਸਤੇ ਸਾਰੀ ਉਮਰ ਸਾਨੂੰ ਸਮਝਾਉਂਦੇ ਰਹਿੰਦੇ ਹੈ ਕਿ ਭਾਈ ਆਪਣੇ ਖਿਆਲ ਨੂੰ ਤਬਦੀਲ ਕਰ। ਔਰ ਕੋਈ ਤਬਦੀਲੀ ਕਰਨ ਦੀ ਜ਼ਰੂਰਤ ਨਹੀਂ ਹੈ, ਕੋਈ ਕੱਪੜੇ ਦੀ ਤਬਦੀਲੀ ਨਹੀਂ ਕਰਨੀ, ਕੋਈ ਹੋਰ ਚੀਜ਼ ਤਬਦੀਲੀ ਨਹੀਂ ਕਰਨੀ ਜਿਹੜੀ ਆਮ ਪਖੰਡੀ ਸਾਧੂ ਕਰੀ ਫਿਰਦੇ ਹੈਗੇ ਹੈ। ਜੋ ਜੈਸਾ ਬੇਸ਼ ਹੈ ਵੈਸਾ ਠੀਕ ਹੈਗਾ, ਲੇਕਿਨ ਆਪਣੇ ਮਨ ਦੀ ਤਬਦੀਲੀ ਕਰਨੀ ਹੈ। ਜਿਹੜਾ ਮਨ ਸਾਡਾ ਬੁਰਾਈਆਂ ਕਰਦਾ ਹੈ ਉਹ ਅੱਛੇ ਪਾਸੇ 'ਤੇ ਲੱਗ ਜਾਏ। ਇਹਦੇ ਵਾਸਤੇ ਸੰਤ ਮਹਾਂਪੁਰਖ ਜਿਤਨੇ ਵੀ ਦੁਨੀਆ 'ਤੇ ਆਉਂਦੇ ਹੈ ਉਹ ਸਦਾ ਵਾਸਤੇ ਸਾਨੂੰ ਇਹੀ ਸਮਝਾਉਂਦੇ ਹੈ। ਸਾਡਾ ਉਹ ਕਾਂਡਾ ਬਦਲ ਦਿੰਦੇ, ਜਿੱਦਾਂ ਗੱਡੀ ਦਾ ਕਾਂਡਾ ਬਦਲ ਦਿੰਦੇ ਹੈ, ਉਹ ਦੂਸਰੀ ਲਾਈਨ 'ਤੇ ਗੱਡੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਈਂ ਬੁੱਲ੍ਹੇ ਸ਼ਾਹ ਨੂੰ ਸ਼ਾਹ ਨੈਤ ਨੇ ਆਪਣੇ ਪਨੀਰੀ ਪੁੱਟਦਿਆਂ ਹੀ ਸਬਕ ਦੇ ਦਿੱਤਾ ਸੀ। ਪਨੀਰੀ ਪੁੱਟਦਿਆਂ ਸ਼ਾਹ ਨੈਤ ਨੇ ਸਬਕ ਦੇ ਦਿੱਤਾ, ਬੋਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ। ਉਹ ਪਨੀਰੀ ਪੁੱਟ ਕੇ ਲਾ ਰਿਹਾ ਸੀ, ਕਹਿੰਦਾ ਕਿ ਰੱਬ ਦਾ ਕੀ ਪਾਉਣਾ ਹੈ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਕਿ ਦੁਨੀਆ ਵੱਲੋਂ ਮਨ ਪੁੱਟ ਕੇ ਈਸ਼ਵਰ ਦੀ ਤਰਫ ਲਗਾਉਣਾ ਹੈਗਾ। ਇਹ ਰੱਬ ਦਾ ਪਾਣਾ ਹੈਗਾ। ਹੋਰ ਅਸੀਂ ਬਹੁਤਾ ਕੰਮ ਨਹੀਂ ਕਰਨਾ, ਸਿਰਫ ਆਪਣੀ ਤਬਦੀਲੀ ਕਰਨੀ ਹੈ। ਹਾਂਜੀ। ਅਨ ਦਿਨ ਭਗਤ ਕਰਹਿ ਦਿਨ ਰਾਤੀ, ਰਾਮ ਨਾਮ ਸਚ ਲਾਹਾ, ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕਿਉਂਕਿ ਸੰਤ ਸਿਰਫ ਜਿਸ ਤਰ੍ਹਾਂ ਪਿੱਛੇ ਦੱਸਿਆ ਹੈ ਕਿ ਨਾਮ ਦਾ ਆਸਰਾ ਰੱਖ ਕੇ ਸਾਡੇ ਖਿਆਲ ਨੂੰ ਬਦਲਦੇ ਹੈ। ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਨਾਲ ਫਰਮਾ ਰਹੇ ਹੈ, ਮੁੜ ਕੇ ਪੜੋ। ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਇਆ। ਗੁਰੂ ਸਾਹਿਬ ਜੀ ਜੋ ਫਰਮਾ ਰਹੇ ਹੈ ਕਿ ਰਾਮ ਨਾਮ, ਫਕੀਰ ਨਾਮ ਜਪਦੇ ਹੈ
ਨਾਮ ਜਪਦੇ ਜਪਦੇ ਹੀ ਉਹਨਾਂ ਦੇ ਵਿੱਚ ਉਹ ਪਾਵਰ ਹੋ ਜਾਂਦੀ ਹੈ, ਉਹ ਤਾਕਤ ਹੋ ਜਾਂਦੀ ਹੈ ਕਿ ਜਿਹੜੀ ਮਾਲਕ ਦੇ ਪਾਸੇ ਜਾਣ ਦੀ, ਈਸ਼ਵਰ ਨੂੰ ਮਿਲਣ ਦੀ। ਔਰ ਈਸ਼ਵਰ ਦੇ ਨੁਕਤੇ ਜਿਹੜੇ ਹੈ, ਕਿਸ ਤਰ੍ਹਾਂ ਅਸੀਂ ਮਿਲ ਸਕਦੇ ਹਾਂ, ਕਿਸ ਕੰਮ ਨਾਲ ਮਿਲ ਸਕਦੇ ਹਾਂ, ਉਹ ਸਾਰੇ ਫਕੀਰਾਂ ਨੂੰ ਹਾਸਲ ਹੋ ਜਾਂਦੇ। ਜਿਸ ਤਰ੍ਹਾਂ ਅੱਗੇ ਵੀ ਕਈ ਵਾਰ ਦੱਸਿਆ ਹੈ ਕਿ ਗੁਰੂ ਦਰੋਣਾਚਾਰਜ ਪਾਂਡਵਾਂ ਦਾ ਗੁਰੂ ਸੀ। ਇੱਕ ਅਪੀਲ ਦਾ ਲੜਕਾ ਸੀ, ਉਸਨੇ ਵੀ ਕਿਹਾ ਗੁਰੂ ਦਰੋਣਾਚਾਰਜ ਨੂੰ ਕਿ ਮੈਨੂੰ ਵੀ ਤੁਸੀਂ ਸਿੱਖ ਬਣਾ ਲਓ, ਮੈਨੂੰ ਵੀ ਵਿੱਦਿਆ ਦੇ ਦਿਓ, ਨਾਮ ਦੇ ਦਿਓ। ਉਹਨਾਂ ਗਰੀਬ ਕਰਕੇ ਉਹਨੂੰ ਨਾਮ ਨਹੀਂ ਦਿੱਤਾ। ਉਸ ਨੇ ਇੱਕ ਮਿੱਟੀ ਦਾ ਪੁਤਲਾ ਬਣਾ ਕੇ ਉਸ ਦਾ, ਗੁਰੂ ਦਰੋਣਾਚਾਰਜ ਦਾ ਮਿੱਟੀ ਦਾ ਪੁਤਲਾ ਬਣਾ ਲਿਆ, ਪੂਰੇ ਨਕਸ਼ੇ ਬਣਾ ਲਏ ਉਹਦੇ। ਜੰਗਲ ਵਿੱਚ ਇੱਕ ਕੁਟੀਆ ਝੌਂਪੜੀ ਪਾ ਲਈ, ਬੜੀ ਸਾਫ ਸੂਫ ਜਗ੍ਹਾ ਰੱਖ ਕੇ ਉਹ ਫੋਟੋ ਰੱਖ ਲਿਆ। ਔਰ ਰੋਜ਼ ਜਾਪ ਕਰੇ ਅਤੇ ਰੋਜ਼ ਧਿਆਨ ਉਸ ਦਾ ਰੱਖੇ। ਧਿਆਨ ਕਰਦਿਆਂ ਕਰਦਿਆਂ ਉਹ ਗੁਰੂ ਦਰੋਣਾਚਾਰਜ ਦੇ ਵਿੱਚ ਜਿਹੜੇ ਸਿਫਤਾਂ ਸਨ, ਜਿਹੜੇ ਉਹਦੇ ਵਿੱਚ ਗੁਣ ਸਨ, ਉਹ ਗੁਣ ਲੜਕੇ ਵਿੱਚ ਆ ਗਏ। ਜਦੋਂ ਉਹ ਗੁਣ ਲੜਕੇ ਦੇ ਵਿੱਚ ਆ ਗਏ ਤਾਂ ਗੁਰੂ ਦਰੋਣਾਚਾਰਜ ਦੇ ਵਿੱਚ ਕੀ ਗੁਣ ਸੀ ਕਿ ਜਦੋਂ ਇੱਕ ਤੀਰ ਮਾਰਦੇ ਕਿਸੇ ਜਾਨਵਰ ਨੂੰ ਅਤੇ ਤੀਰ ਅੱਗੋਂ ਫਟ ਕੇ ਤੇ ਜਾਨਵਰ ਦਾ ਮੂੰਹ ਬੰਨ੍ਹ ਲੈਂਦਾ ਸੀ। ਜਦੋਂ ਉਸ ਨੇ ਤੀਰ ਮਾਰਿਆ, ਤੀਰ ਫਟ ਕੇ ਤੇ ਮੂੰਹ ਬੰਨ੍ਹ ਲਿਆ ਜਾਨਵਰ ਦਾ। ਗੁਰੂ ਦਰੋਣਾਚਾਰਜ ਪੰਜੇ ਪਾਂਡਵ ਉਹ ਵੀ ਨਾਲ ਸਨ। ਸੈਰ ਕਰਦੇ ਕਰਦੇ ਆਏ ਜੰਗਲ, ਦੇਖਿਆ ਜਦੋਂ ਉਹ ਧਿਆਨ ਕੀਤਾ ਉੱਧਰ, ਉਹ ਜਾਨਵਰ ਦੇਖਿਆ, ਆਪਸ ਅੰਦਰ ਇਸ਼ਾਰੇ ਦੇਣ ਲੱਗੇ ਵੀ ਇਹ ਕੌਣ ਹੈ, ਕਿਹਨੇ ਕੀਤਾ ਇਹ ਕੰਮ। ਗੁਰੂ ਦਰੋਣਾਚਾਰਜ ਨੂੰ ਪੁੱਛਿਆ ਕਿ ਕਿਹਨੇ ਇਹ ਕੰਮ ਕੀਤਾ ਹੈ। ਕੁਦਰਤੀ ਉਹ ਲੜਕਾ ਮਿਲ ਪਿਆ। ਲੜਕੇ ਨੂੰ ਪੁੱਛਿਆ ਕਿ ਤੂੰ ਦੱਸ ਸਕਦਾ ਹੈ ਕਿ ਇਹ ਕੰਮ ਕਿਹਨੇ ਕੀਤਾ ਹੈ। ਕਹਿੰਦੇ ਜੀ ਉਹ ਮੈਂ ਕੀਤਾ ਹੈ। ਤੂੰ ਕਿਸ ਤਰ੍ਹਾਂ ਕੀਤਾ ਹੈ। ਮੈਂ ਗੁਰੂ ਦਰੋਣਾਚਾਰਜ ਪਾਸੋਂ ਨਾਮ ਲਿਆ, ਉਹਦੇ ਗੁਣ ਮੇਰੇ ਵਿੱਚ ਆ ਗਏ ਆ। ਅਸੀਂ ਨਾਮ ਤੈਨੂੰ ਦਿੱਤਾ ਨਹੀਂ। ਪਾਂਡਵਾਂ ਨੇ ਕਿਹਾ ਕਿ ਅਸੀਂ ਬੜੇ ਪ੍ਰੇਮੀ ਤੁਹਾਡੇ ਨਾਲ ਰਹਿੰਦੇ ਹਾਂ, ਇਹ ਤਾਂ ਗੁਣ ਸਾਨੂੰ ਵੀ ਨਹੀਂ ਤੁਸੀਂ ਦੱਸਿਆ ਕਦੀ, ਜਿਹੜਾ ਇਸ ਨੇ ਪਾ ਲਿਆ। ਉਹਨਾਂ ਨੂੰ ਆਪਣੀ ਝੌਂਪੜੀ ਦੇ ਵਿੱਚ ਲੈ ਗਿਆ ਕਿ ਆਹ ਮੇਰੀ ਝੌਂਪੜੀ ਹੈ, ਆਹ ਦੇਖੋ ਤੁਹਾਡਾ ਸਰੂਪ ਹੈ, ਮਿੱਟੀ ਦਾ ਬੁੱਤ ਬਣਾਇਆ ਹੈਗਾ, ਇਹ ਤੁਹਾਡਾ ਸਰੂਪ ਹੈ। ਮੈਂ ਬੈਠ ਕੇ ਇਹਦੇ ਅੱਗੇ ਤੁਹਾਡਾ ਧਿਆਨ ਧਰਦਾ ਰਿਹਾ। ਜੋ ਬਾਣੀ 'ਚ ਵੀ ਲਿਖਿਆ, ਗਿਆਨ ਧਿਆਨ ਧੁਨ ਜਾਣੀਏ ਕਥ ਕਹਾਵੇ ਸੋਏ। ਜਿਹੜਾ ਗਿਆਨ ਹੈ ਉਹ ਗੱਲਾਂ ਦਾ ਗਿਆਨ ਨਹੀਂ ਹੈਗਾ। ਸਾਡੇ ਅੰਦਰ ਜਿਹੜੀ ਧੁਨ ਆ ਰਹੀ ਹੈ, ਸ਼ਬਦ ਆ ਰਿਹਾ, ਜਿਹਦਾ ਉਸ ਸ਼ਬਦ ਨਾਲ ਮਿਲਾਵਟ ਹੋ ਜਾਂਦੀ ਹੈ, ਉਹ ਪੂਰਾ ਗਿਆਨੀ ਬਣ ਜਾਂਦਾ ਹੈ। ਉਹਦੇ ਅੰਦਰ ਉਹ ਧੁਨ ਸ਼ਬਦ ਜਿਹੜਾ ਆਉਂਦਾ ਹੈ, ਉਹਦੇ ਨਾਲ ਮਿਲਾਵਟ ਹੋ ਜਾਂਦੀ ਹੈ, ਉਹ ਗਿਆਨੀ ਬਣ ਜਾਂਦਾ। ਲੇਕਿਨ ਜਦ ਤੱਕ ਸਾਡਾ ਪੂਰਾ ਧਿਆਨ ਨਹੀਂ, ਇੰਨਾ ਚਿਰ ਸ਼ਬਦ ਸਾਡੇ ਅੰਦਰ ਨਹੀਂ ਪ੍ਰਗਟ ਨਹੀਂ ਹੋਏਗਾ। ਜਦੋਂ ਸਾਡਾ ਪੂਰਾ ਧਿਆਨ ਹੋ ਜਾਏਗਾ, ਟਿਕ ਜਾਏਗਾ, ਕਾਗਰ ਹੋ ਜਾਏਗਾ, ਜਗਸੂਈ ਹੋ ਜਾਏਗਾ, ਤਾਂ ਫੌਰਨ ਉਹ ਸ਼ਬਦ ਜਿਹੜਾ ਪ੍ਰਗਟ ਹੋ ਜਾਏਗਾ। ਜਾ ਕੇ ਦੱਸਿਆ, ਦੇਖੋ ਜੀ ਤੁਹਾਡਾ ਸਰੂਪ, ਮੈਂ ਇਹਦੇ ਅੱਗੇ ਬੈਠ ਕੇ ਜਾਪ ਕਰਦਾ ਰਿਹਾ, ਤੁਹਾਡਾ ਧਿਆਨ ਧਰਦਾ ਰਿਹਾ, ਤੁਹਾਡੇ ਧਿਆਨ ਦੇ ਨਾਲ ਹੀ ਤੁਹਾਡੇ ਗੁਣ ਜਿਹੜੇ ਮੇਰੇ ਵਿੱਚ ਆ ਗਏ। ਗੁਰੂ ਦਰੋਣਾਚਾਰਜ ਨੇ ਦੇਖਿਆ ਜਿਸਲੇ ਤੇ ਮੰਨ ਗਏ। ਕਹਿਣ ਲੱਗੇ ਤੂੰ ਨਾਮ ਤੇ ਲਿਆ ਲੇਕਿਨ ਦਸ਼ਨਾ ਨਹੀਂ ਦਿੱਤੀ। ਕਹਿਣ ਲੱਗੇ ਦਸ਼ਨਾ ਲੈ ਲਓ ਜੀ। ਉਹਦਾ ਸੱਜਾ ਅੰਗੂਠਾ ਕੱਟ ਦਿੱਤਾ ਕਿ ਅੱਗੇ ਵਾਸਤੇ ਤੂੰ ਇਹ ਤੀਰ ਚਲਾਏਗਾ ਨਹੀਂ। ਮਕਸਦ ਇਹ ਹੈ ਕਿ ਉਹਨੇ ਧਿਆਨ ਧਰਿਆ। ਬੇਸ਼ੱਕ ਉਹਨੇ ਅੰਗੂਠਾ ਕੱਟ ਦਿੱਤਾ ਸਹੀ, ਉਹ ਤਾਂ ਕੋਈ ਬਾਤ ਨਹੀਂ, ਲੇਕਿਨ ਉਹਦਾ ਪੂਰਾ ਧਿਆਨ ਸੀ। ਪੂਰਾ ਧਿਆਨ ਧਰ ਕੇ ਉਸਨੇ ਉਹਦੇ ਗੁਣ ਲੈ ਲਏ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜਦ ਤੱਕ ਸਾਡਾ ਪੂਰਾ ਧਿਆਨ ਨਹੀਂ ਹੁੰਦਾ, ਸਾਨੂੰ ਉਹ ਗੁਣ ਆਉਂਦੇ ਨਹੀਂ। ਜਦੋਂ ਸਾਡਾ ਪੂਰਾ ਧਿਆਨ ਹੋ ਜਾਏਗਾ ਤਾਂ ਮੁਰਸ਼ਿਦ ਦੇ ਗੁਣ ਜਿਹੜੇ ਨੇ ਉਹ ਜ਼ਰੂਰ ਸਾਡੇ ਵਿੱਚ ਆ ਜਾਣਗੇ। ਜੋ ਬਾਣੀ 'ਚ ਫਰਮਾ ਰਹੇ ਗੁਰੂ ਸਾਹਿਬ ਜੀ ਠੀਕ ਫਰਮਾ ਰਹੇ।
हाँ जी। नानक राम नाम निस्तारा शब्द रते हर पारा